ਤੁਸੀਂ ਤਾਂ ਇੱਕ ਮੁਲਾਜ਼ਮ ਸੀਗੀ ਤਾਂ ਸਿਆਸਤ ਵਿੱਚ ਕਿਵੇਂ ਆ ਗਏ? ਕੈਪਟਨ ਸਾਹਿਬ ਨੇ ਤੁਹਾਡਾ ਸਿਆਸਤ ਦੇ ਵਿੱਚ ਪੈਰ ਪਾਇਆ ਸੀਗਾ ਤਾਂ ਕੁਝ ਐਮਐਲਏ ਜਿਹੜੇ ਸੀ ਉਹ ਕੈਪਟਨ ਸਾਹਿਬ ਦੇ ਨਾਲ ਖਲੋਗੇ, ਕੁਝ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ ਖਲੋਗੇ। ਤੁਹਾਡਾ ਕਿੱਧਰ ਫਰਜ਼, ਕਿਵੇਂ ਮਨ ਬਣ ਗਿਆ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ? गनी के साहब ही वाज कैबिनेट मिनिस्टर फॉर सेवरल ईयर्स। मैनू एक काम दस देना उन्होंने इस कम्यूनिटी वास्ते किया हो, बिल्कुल पिछा भुंके नहीं वेख्या, अपना वो तोरी फुलका चलता रहा बस 1.5 साल। ਲੋਕਾਂ ਦਾ ਪਿਆਰ ਜਿਹੜਾ ਉਹ ਤੁਹਾਡੇ ਪ੍ਰਤੀ ਅੱਜ ਵੀ ਹੈਗਾ ਆ, ਖਾਸ ਕਰਕੇ 74 ਸਾਲਾਂ ਬਾਅਦ ਹੀ ਰਾਜਨੀਤੀ ਲੋਕਾਂ ਨੂੰ ਕਿਵੇਂ ਆ ਗਈ ਕਿ ਐਸੀ ਭਾਈਚਾਰੇ ਨੂੰ ਹੁਣ ਉਪ ਮੰਤਰੀ ਬਣਾ ਦਈਏ ਜਾਂ ਉਹਨਾਂ ਨੂੰ ਡਿਪਟੀ ਸੀਐਮ ਬਣਾ ਦਈਏ ਜਾਂ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ। जिन्होंने फोका ही कहना तो उन्होंने की हर्जा जे बनाना हो तो फिर पता लगे, पर वो सब तो ज़्यादा वध वितकरा जो SC कम्यूनिटी नाल करते हैं वो BJP वाले आ, RSS वाले। शूदर, ढोर और नारी तीनों ताड़न के अधिकारी ਇਹਦੀ व्याख्या करते हैं भी शूदर नूं ते डंगर नूं ते औरत नूं इन्हां नूं सवेरे प्रैणी फेर लो तो सारा दिन तक काम ठीक करनगे। यही है ਇਹਦੀ व्याख्या ਕੱਢਣ ਉਹਨੂੰ ਵੀ ਅਸੀਂ ਨਹੀਂ ਜਦੋਂ ਮੁੱਖ ਮੰਤਰੀ ਬਣਾਉਣਾ ਤੇ ਉਹਦੇ ਨਾਲ ਇਹੋ ਵਿਤਕਰਾ ਕਰਨਾ ਵੀ ਡੰਗਰ ਵਾਲਾ ਹੀ ਕੰਮ। ਕਿਤੇ ਨਾ ਕਿਤੇ ਔਖਾ ਹੁੰਦਾ ਆਪਣੇ ਹਲਕੇ ਦੇ ਵਿੱਚ, ਜਿੱਥੇ ਬੰਦਾ ਥੋੜਾ ਬਹੁਤਾ ਵਿਚਰਿਆ ਹੋਵੇ, ਲੋਕਾਂ 'ਚ ਪਹਿਚਾਣ ਹੁੰਦੀ ਆ ਤਾਂ ਜਲਦੀ ਲੋਕ ਐਕਸੈਪਟ ਕਰਦੇ। ਉਹਦਾ ਫਰਕ ਪੈ ਗਿਆ ਨਾ ਜੀ ਜਦੋਂ ਮੈਂ ਇੱਥੇ 4000 ਚਾ ਕੇ ਹਾਰ ਗਿਆ। ਜਥੇਬੰਦੀਆਂ ਦਾ ਕਹਿਣਾ ਕਿ 4.5 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਸਾਡੇ ਨਾਲ ਉੱਥੇ ਬੈਠਿਆਂ ਵਾਅਦਾ ਕੀਤਾ ਸੀ, ਧਰਨਾ ਉਠਾ ਦਿਓ, ਅਸੀਂ ਫੜ ਕੇ ਦੋਸ਼ੀ ਜਿਹੜੇ ਆ ਜੇਲ੍ਹਾਂ ਦੇ ਵਿੱਚ ਦੇਵਾਂਗੇ। 4.5 ਸਾਲ ਹੋ ਗਏ, ਹਾਲੇ ਤੱਕ ਲੋਕਾਂ ਨੂੰ ਇਨਸਾਫ ਨਹੀਂ। ਅੱਜ ਕੱਲ੍ਹ ਦੋਸ਼ ਵੀ ਲੱਗ ਰਿਹਾ ਹੈ ਜੀ ਗੋਬਿੰਦ ਵਿਜੇ ਪ੍ਰਤਾਪ ਦੀ ਜਿਹੜੀ ਸਿੱਟ ਦੀ ਜਾਂਚ ਕੀਤੀ ਸੀ ਉਹ ਕਿਸੇ ਆਮ ਆਦਮੀ ਪਾਰਟੀ ਲੀਡਰ ਦੇ ਕਹਿਣ 'ਤੇ ਕੀਤੀ ਗਈ। ਤੁਹਾਨੂੰ ਲੱਗਦਾ ਕਿ ਵਾਕਿਆ ਹੀ ਇਹ ਸੱਚਾਈ ਹੋਣੀ? ਨੋ ਆਈ ਕੈਨ ਨਾਟ ਸੇ ਦੈਟ। ਜਦੋਂ ਇਹਨਾਂ ਨੇ ਮੈਨੀਫੈਸਟੋ ਦਿੱਤਾ ਸੀ ਤਾਂ ਬਾਦਲ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ 1000 ਰੁਪਈਆ ਮੰਥਲੀ ਭੱਤਾ ਦਿੱਤਾ ਜਾਊਗਾ। ਦਿੱਤਾ ਕਿਸੇ ਨੂੰ ਇੱਕ ਨੂੰ ਸਹੁੰ ਖਾ ਕੇ ਦੱਸ ਦੇਣ। 10 ਕੁੜੀਆਂ ਨੌਜਵਾਨ ਮੁੰਡੇ ਨੂੰ ਦਿੰਦੇ ਸੀ, ਕਹਿੰਦੇ ਸੀ 9 ਵੇਚ ਕੇ ਸਾਨੂੰ ਪੈਸੇ ਦੇ ਦੀ, ਇੱਕ ਜਿਹੜੀ ਹੈ ਤੂੰ ਆਪ ਲੈ ਲੈ। ਕੌਣ ਕਹਿੰਦਾ ਸੀ? ਇਹ ਜਿਹੜੇ ਇਹਨਾਂ ਦੇ ਵਰਕਰ ਜਿਹੜੇ ਜਿਨ੍ਹਾਂ ਦੇ ਰਾਹੀਂ ਇਹ ਆ ਕੇ ਤੇ ਵਿਕਦੀ ਸੀ। ਇਹਨਾਂ ਦੇ ਵਰਕਰ ਅਕਾਲੀ ਦਲ ਦੇ। ਜੀ ਕਾਂਗਰਸ ਨੇ ਆਣ ਕੇ ਕਿੰਨੀ ਕੁ ਸਖਤਾਈ ਕਰਤੀ ਉਹਨਾਂ ਕਰਕੇ? ਜੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੁੰਦਾ ਸੀਗਾ ਤਾਂ ਕਿੰਨੀ ਕੁ ਨੱਥ ਪਾ ਦਿੱਤੀ? ਦੇਖੋ ਨੌਜਵਾਨਾਂ ਨੂੰ ਜਿੰਨੇ ਫਾਰਮ ਭਰ ਦੇਈਦੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਹੁੰਦੀਆਂ, ਬਟ ਇਹ ਸਰਕਾਰ ਵਾਅਦੇ ਕਿਉਂ ਕਰਦੀ? DC ਸਾਹਿਬ ਵਿਕਰਮਜੀਤ ਮਜੀਠੀਆ ਵੱਲੋਂ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕਹਿੰਦੇ ਤਰਸੇਮ ਸਿੰਘ DC ਜਦੋਂ ਵੀ ਕਿਸੇ ਵਰਕਰ ਦੇ ਘਰ ਜਾਂਦੇ ਨੇ ਸਭ ਤੋਂ ਪਹਿਲਾਂ ਤੇ ਉਹ ਵੱਡੀ ਸਪੈਸ਼ਲ ਬੋਤਲ ਜਿਹਨੂੰ ਪੀਟਰ ਸਕਾਟ ਕਿਹਾ ਜਾਂਦਾ ਹੈ, ਪੀਟਰ ਸਕਾਟ ਦੀ ਬੋਤਲ ਮੰਗਦੇ ਨੇ ਵੀ ਸਭ ਤੋਂ ਪਹਿਲਾਂ ਮੇਰੇ ਕਾਊਂਟਰ ਤੇ ਪੀਟਰ ਸਕਾਟ ਦੀ ਬੋਤਲ ਹੋਣੀ ਤੇ ਫਿਰ ਰੱਜ ਕੇ ਵਿਆਹ ਵੇਖ ਕੇ ਜਾਂਦੇ ਨੇ। ਕਿੰਨੀ ਕੁ ਸੱਚਾਈ? ਇਹਨਾਂ ਨੂੰ ਪਤਾ ਹੋਊਗਾ। ਮੈਂ ਤੇ ਦਾਰੂ ਕਦੀ ਪੀਤੀ ਨਹੀਂ, ਤਾਂ ਵਿਆਹ ਤੇ ਬਿਲਕੁਲ ਮੈਂ ਕਦੀ ਹੱਥ ਹੀ ਨਹੀਂ ਲਾਉਂਦਾ ਕਦੀ ਸ਼ਰਾਬ। ਉਹ ਤਾਂ ਪੰਥਕ ਪਾਰਟੀਆਂ ਕਿਵੇਂ ਪੀ ਸਕਦੇ ਵਿਕਰਮਜੀਤ ਜੀ? ਆ ਜਿਹੜੀ ਆ SGPC ਦੀਆਂ ਚੋਣਾਂ ਹੁੰਦੀਆਂ ਤੇ ਗੱਡੀਆਂ ਲਈ ਫਿਰਦੇ ਨੇ ਸ਼ਰਾਬ ਵੰਡਦੇ, ਉਹ ਇਹ ਅਕਾਲੀ ਦਲ ਵਾਲੇ ਵੰਡਦੇ ਆ। ਰਾਮਪੁਰ ਉੱਥੇ ASI ਸੀ ਸਾਡਾ SIC, ਉਹਦੀ ਲੜਕੀ ਨੂੰ ਸ਼ਰੇਆਮ ਗੁੰਡੇ ਉਹ ਤੂਕ ਸੀਟ ਕਰਦੇ ਸੀ। ਉਹਨੇ ਟੈਲੀਫੋਨ ਕੀਤਾ, ਉਹਦਾ ਬਾਪ ਵਰਦੀ 'ਚ ਆਇਆ, ਇਹਦੇ ਮਜੀਠੀਏ ਦੇ ਗੁੰਡਿਆਂ ਨੇ ਮਾਰਿਆ ਸੀ। ਉਹ ਬਾਅਦ 'ਚ ਕਿਉਂਕਿ ਨਾਅਰੇ ਲਾਉਂਦੇ ਮਜੀਠੀਏ ਦੇ ਗਏ ਸੀ। 6 MLA ਛੱਡ ਕੇ ਆ ਗਏ ਆ ਇਹਦੀ ਡਿਕਟੇਟਰਸ਼ਿਪ ਕਰਕੇ ਕਾਂਗਰਸ ਦੇ ਵਿੱਚ। ਉਦੋਂ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਕੱਢਿਆ, ਉਹ ਵੀ ਗਰਾਊਂਡ 'ਚ ਕਰਾਂਗੇ। ਇਹਦਾ ਕਰੈਕਟਰ ਜਿਹੜਾ ਨਾ ਜੀ ਕੇਜਰੀਵਾਲ ਦਾ ਬੇਸਿਕਲੀ ਡਿਕਟੇਟਰਸ਼ਿਪ ਹੈ। ਤੁਸੀਂ ਆਪਣੇ ਮੂੰਹ ਹੁਣੇ ਕਿ 500 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ, ਪਰ ਪੰਜਾਬ ਸਰਕਾਰ ਨੇ ਜਿਨ੍ਹਾਂ ਨੂੰ ਨੌਕਰੀਆਂ ਦੇਣੀਆਂ ਉਹ 220 ਹੀ ਕਿਉਂ ਚੁਣੇ ਗਏ ਕਿਸਾਨ ਜਿਹੜੇ ਕਿਸਾਨ ਅੰਦੋਲਨ 'ਚ ਸ਼ਹੀਦ ਹੋ ਗਏ? 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਲਗਾਤਾਰ ਹੀ ਤੇਜ਼ ਹੁੰਦੀਆਂ ਜਾ ਰਹੀਆਂ ਤਾਂ ਜਿੱਥੇ ਅਕਾਲੀ ਦਲ ਕਾਂਗਰਸ ਦੇ 4.5 ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਲਗਾਤਾਰ ਹੀ ਕਾਂਗਰਸ ਨੂੰ ਘੇਰਿਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਵਿੱਚ ਕਾਫੀ ਸਰਗਰਮ ਨਜ਼ਰ ਆ ਰਹੀ ਆ। ਇਹਨਾਂ ਕੁਝ ਵਿਸ਼ਿਆਂ ਤੇ ਸਾਡੇ ਨਾਲ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਸਰਦਾਰ ਤਰਸੇਮ ਸਿੰਘ DC ਨੇ। DC ਸਾਹਿਬ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ 'ਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। DC ਸਾਹਿਬ ਸਭ ਤੋਂ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਵਿਧਾਨ ਸਭਾ ਹਲਕਾ ਅਟਾਰੀ ਤੋਂ ਵਿਧਾਇਕ ਹੋ ਤੇ ਤੁਹਾਡੇ ਨਾਲ ਤਰਸੇਮ ਸਿੰਘ DC ਨਾਂ ਆ, ਤਾਂ DC ਕਿਉਂ ਲਗਾਇਆ ਜਾਂਦਾ, ਕੀ ਕਾਰਨ ਕੀ? ਮੈਂ ਇੰਡੀਅਨ ਰੈਵਨਿਊ ਸਰਵਿਸ ਤੋਂ ਹਾਂ, ਸਿਵਲ ਸਰਵਿਸਿਜ਼ ਦੇ ਰਾਹੀਂ ਇਹਦੇ ਵਿੱਚ ਸਿਲੈਕਸ਼ਨ ਹੁੰਦੀ ਹੈ। ਮੈਂ ਇਨਕਮ ਟੈਕਸ ਡਿਪਾਰਟਮੈਂਟ ਮੈਨੂੰ ਮਿਲਿਆ ਸੀਗਾ ਸਿਵਲ ਸਰਵਿਸਿਜ਼ ਦੇ ਵਿੱਚ ਤੇ ਮੇਰੀ ਫਸਟ ਪੋਸਟਿੰਗ ਬੰਬੇ ਸੀਗੀ ਐਜ ਅਸਿਸਟੈਂਟ ਕਮਿਸ਼ਨਰ। ਫਿਰ ਮੈਂ ਉੱਥੋਂ ਡਿਪਟੀ ਕਮਿਸ਼ਨਰ ਬਣਿਆ ਤੇ ਮਦੁਰਈ ਚਲਿਆ ਗਿਆ। ਮਦੁਰਈ ਤੋਂ ਵਾਪਸ ਬੰਬੇ ਆਇਆ। ਬੰਬੇ ਤੋਂ ਫਿਰ ਮੈਂ ਪੋਸਟਿੰਗ ਇੱਥੇ ਅੰਮ੍ਰਿਤਸਰ ਲਈ। ਜਦੋਂ ਮੈਂ ਅੰਮ੍ਰਿਤਸਰ ਆਇਆ ਤੇ ਆਈ ਵਾਸ ਡਿਪਟੀ ਕਮਿਸ਼ਨਰ ਇਨਕਮ ਟੈਕਸ। ਸੋ ਲੋਕਾਂ ਨੇ DC ਕਹਿਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਮੈਂ ਇਸ ਤੋਂ 4 ਰੈਂਕ ਉੱਤੇ ਜਾ ਕੇ VRS ਲਈ ਸੀ। ਇਹ DC ਦੇ ਉੱਤੇ ਜੁਆਇੰਟ ਕਮਿਸ਼ਨਰ ਬਣਿਆ, ਫਿਰ ਐਡੀਸ਼ਨਲ ਕਮਿਸ਼ਨਰ ਬਣਿਆ, ਫਿਰ ਮੈਂ ਕਮਿਸ਼ਨਰ ਦੇ
ਬਤੌਰ ਮੈਂ VRS ਲਈ ਸੀ, ਫਿਰ ਮੈਂ ਰਿਟਾਇਰ ਹੋ ਗਿਆ। ਸੋ DC ਜਿਹੜਾ ਸੀਗਾ ਨਾਂ ਪੱਕ ਚੁੱਕਾ ਸੀਗਾ, ਲੋਕਾਂ ਨੂੰ ਤਰਸੇਮ ਸਿੰਘ ਦਾ ਪਤਾ ਹੀ ਨਾ ਲੱਗਿਆ। ਜਦੋਂ ਫਿਰ ਇਹ ਚੋਣਾਂ ਦੇ ਵਿੱਚ ਜਿਹੜੀ ਉਹ ਬੈਲਟ ਪੇਪਰ ਬਣਦਾ ਹੈ, ਉਹਦੇ ਵਿੱਚ ਤਰਸੇਮ ਸਿੰਘ ਲਿਖਿਆ ਸੀ ਇਕੱਲਾ। ਫਿਰ ਮੈਂ DC ਸਾਹਿਬ ਜਿਹੜੇ ਸਾਡੇ ਰਿਟਰਨਿੰਗ ਅਫਸਰ ਸੀ, ਉਹਨਾਂ ਨੂੰ ਬੇਨਤੀ ਕਰਕੇ ਕਿਹਾ ਕਿ ਮੇਰੇ ਨਾਂ ਨਾਲ DC ਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਹਿਚਾਣ ਹੋ ਸਕੇ, ਪਛਾਣ ਬਰੀ ਦੇਵੇ ਲੋਕਾਂ ਦੇ ਵਿੱਚ, ਪਹਿਚਾਣ ਬਣੇ। ਇਸ ਕਰਕੇ ਫਿਰ ਇਹ DC ਲੱਗਦਾ ਜੀ। ਤੁਸੀਂ ਤਾਂ ਇੱਕ ਮੁਲਾਜ਼ਮ ਸੀਗੀ, ਤਾਂ ਸਿਆਸਤ ਵਿੱਚ ਕਿਵੇਂ ਆ ਗਏ? ਬਸ ਸ਼ੌਕ ਸੀ ਜੀ ਕਿ ਵੀ ਇਨਕਮ ਟੈਕਸ ਡਿਪਾਰਟਮੈਂਟ ਬੜਾ ਹਾਈ ਫਾਈ ਟਾਈਪ ਡਿਪਾਰਟਮੈਂਟ ਹੈ, ਬੜੀ ਹਾਈ ਪ੍ਰੋਫਾਈਲ ਜੌਬ ਹੈ। ਲੇਕਿਨ ਆਪਾਂ ਗਰੀਬ ਘਰ ਤੋਂ ਉੱਠੇ ਸੀ ਤੇ ਐਂ ਲੱਗਦਾ ਸੀਗਾ ਵੀ ਗਰੀਬਾਂ ਵਾਸਤੇ ਫਿਰ ਆਪਾਂ ਇਸੇ ਮਹਿਕਮੇ ਦੇ ਵਿੱਚ ਹੀ ਰਿਟਾਇਰ ਹੋ ਗਏ ਤੇ ਵੱਡਿਆਂ ਨਾਲ ਵਾਹ ਪੈਂਦਾ ਏ ਤੇ ਲੋਕਾਂ ਦੀ ਕਿਸੇ ਹਿਸਾਬ ਨਾਲ ਕੋਈ ਸੇਵਾ ਵੀ ਕੀਤੀ ਜਾਵੇ। ਇੰਨਾ ਮਿਹਨਤ ਕਰਕੇ ਆਏ ਆ, ਤਾਂ ਫਿਰ ਆਈ ਮੇਡ ਅਪ ਮਾਈ ਮਾਈਂਡ ਕਿ ਮੈਂ ਸਿਆਸਤ ਵਿੱਚ ਆਵਾਂ। ਤੇ ਮੈਂ ਕੈਪਟਨ ਸਾਹਿਬ ਨੂੰ ਮਿਲੇ, ਉਹਨਾਂ ਨੇ ਜੈਸ ਕੀਤੀ ਕਿ ਵੀ ਚਲੋ ਤੁਸੀਂ ਲੜੋ, ਮੈਂ ਤੁਹਾਨੂੰ ਟਿਕਟ ਦੇਣਾ ਹੈ। ਤੇ ਉਹ ਕੈਪਟਨ ਸਾਹਿਬ ਦੀ ਮਿਹਰਬਾਨੀ ਸਦਕਾ ਸਰਦਾਰ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਚੰਗੇ ਵਧੀਆ ਸਾਡੇ ਮਿੱਤਰ ਵੀ ਸਨ, ਉਹਨਾਂ ਦੇ ਨਾਲ ਵਿੱਚ ਪੈ ਕੇ ਗੱਲਬਾਤ ਕੀਤੀ ਤੇ ਫਿਰ ਮੈਂ ਇਸ ਕਰਕੇ ਸਿਆਸਤ ਦੇ ਵਿੱਚ ਆ ਗਿਆ ਜੀ। ਪਹਿਲੀ ਚੋਣ ਜਿਹੜੀ ਸੀ ਵਿਧਾਨ ਸਭਾ ਦੀ ਲੜੀ ਕਿ ਉੱਥੋਂ ਥੱਲੇ ਵੀ ਕੋਈ ਚੋਣ ਲੜੀ ਸੀ? ਨਹੀਂ ਜੀ, ਮੈਂ ਫਸਟ ਟਾਈਮ ਵਿਧਾਨ ਸਭਾ ਦੀ ਲੜੀ ਸੀ। ਕਿੰਨੇ ਸਾਲ ਦੇ ਵਿੱਚ ਵਿਧਾਨ ਸਭਾ ਦੀ ਚੋਣ? ਇਹ 2007 ਵਾਲੀ ਜੀ, 2007 ਵਿਧਾਨ ਸਭਾ ਚੋਣਾਂ ਮੈਂ ਖਡੂਰ ਸਾਹਿਬ ਤੋਂ ਲੜੀ ਸੀ। ਉੱਥੇ ਮੈਂ 6000 ਦੇ ਫਰਕ ਨਾਲ ਹਾਰ ਗਿਆ ਸੀ। ਫਿਰ ਕੈਪਟਨ ਸਾਹਿਬ ਨੇ ਮੇਰੇ 'ਚ ਭਰੋਸਾ ਕੀਤਾ ਤੇ ਦੂਸਰੀ ਵਾਰ ਫਿਰ ਅਟਾਰੀ ਤੋਂ ਦਿੱਤੀ। ਉਹ ਮੇਰਾ ਹਲਕਾ ਬਦਲ ਗਿਆ ਕਰਕੇ ਜਾਂ ਹੋਰ ਕਈ ਕਾਰਨਾਂ ਕਰਕੇ ਇੱਕ ਵਿਰੋਧੀ ਜਿਹੜੇ ਸੀ ਉਹ ਤੇ 40,000 ਤੇ ਜਿੱਤਦੇ ਸੀ ਪਹਿਲੋਂ, ਕੌਨਫੀਡੈਂਸ ਸੀ ਉਹਨਾਂ ਨੂੰ। ਤੇ ਮੈਂ ਜਦੋਂ ਅਟਾਰੀ ਹਲਕੇ ਤੋਂ ਫਿਰ ਕਾਗਜ਼ ਭਰੇ ਤੇ ਇੱਥੇ ਕਿਉਂਕਿ ਮੇਰਾ ਬਿਲਕੁਲ ਨਵਾਂ ਸੀ ਹਲਕਾ, ਇਲਾਕੇ ਨੂੰ ਵੀ ਮੈਂ ਜਾਣਦਾ ਨਹੀਂ ਸੀ, ਤੇ 4000 ਪਲੱਸ ਦੇ ਫਰਕ ਨਾਲ ਮੈਂ ਫਿਰ ਦੁਬਾਰਾ ਹਾਰ ਗਿਆ। ਤੇ ਤੁਸੀਂ ਇਹ ਵੇਖੋ ਵੀ ਮੇਰੇ ਜਿਹੜੇ ਉਦੋਂ ਪਾਰਟੀ ਦੇ ਪ੍ਰਧਾਨ ਸਨ ਕੈਪਟਨ ਸਾਹਿਬ, ਉਹਨਾਂ ਨੇ ਮੇਰੇ 'ਚ ਤੀਜੀ ਵਾਰ ਵਿਸ਼ਵਾਸ ਕੀਤਾ ਤੇ ਫਿਰ ਟਿਕਟ ਉਹਦੇ ਸਾਹਮਣੇ ਦਿੱਤੀ। ਮੈਂ ਤਾਂ 4 ਤੇ ਹਾਰਿਆ ਸੀ, ਫਿਰ ਮੈਂ 10,000 ਤੇ ਆਪਣੇ ਵਿਰੋਧੀ ਨੂੰ ਇੱਥੋਂ ਹਰਾਇਆ। ਆਪਣਾ ਹਲਕਾ ਕਿਹੜਾ ਤੁਹਾਡਾ, ਜਿਹੜਾ ਪਿੰਡ ਪੈਂਦਾ ਸੀ, ਕਿਹੜੇ ਹਲਕੇ ਸੀ? ਉਹ ਜਦੋਂ ਮੈਂ ਲੜੀ ਸੀ ਉਦੋਂ ਮੇਰਾ ਪਿੰਡ ਖਡੂਰ ਸਾਹਿਬ ਵਿੱਚ ਸੀ, ਅੱਜ ਉਹ ਬਾਬਾ ਬਕਾਲਾ ਸਾਹਿਬ ਵਿੱਚ ਹੈ। ਲੱਗਦਾ ਨਹੀਂ ਕਿਤੇ ਨਾ ਕਿਤੇ ਔਖਾ ਹੁੰਦਾ ਆਪਣੇ ਹਲਕੇ ਦੇ ਵਿੱਚ, ਜਿੱਥੇ ਬੰਦਾ ਥੋੜਾ ਬਹੁਤਾ ਵਿਚਰਿਆ ਹੋਵੇ, ਲੋਕਾਂ 'ਚ ਪਹਿਚਾਣ ਹੁੰਦੀ ਆ ਤਾਂ ਜਲਦੀ ਲੋਕ ਐਕਸੈਪਟ ਕਰਦੇ ਆ? ਉਹਦਾ ਫਰਕ ਪੈ ਗਿਆ ਨਾ ਜੀ, ਜਦੋਂ ਮੈਂ ਇੱਥੇ 4000 ਚ ਆ ਕੇ ਹਾਰਿਆ, ਨਹੀਂ ਤੇ ਇੱਕ ਲੜ ਲਈ ਸੀ ਉੱਥੇ। ਲੇਕਿਨ ਦੂਜੀ ਵਾਰ ਜਦੋਂ ਹਲਕਾ ਬਦਲਣ ਨਾਲ ਇਹ ਫਰਕ ਪਿਆ, ਬਾਕੀ ਇਹਨਾਂ ਦੇ ਵਿੱਚ ਕੁਝ ਨਹੀਂ ਸੀਗਾ ਵੀ ਮੇਰੇ 'ਚ ਕੋਈ ਕਮਜ਼ੋਰੀ ਸੀ। ਹਲਕਾ ਬਦਲਿਆ ਕਰਕੇ ਨਵੇਂ ਬੰਦਿਆਂ ਨੂੰ ਮਿਲਣਾ, ਨਵੇਂ ਬੰਦਿਆਂ ਨੂੰ ਨਾਲ ਲਾਉਣਾ, ਨਵੇਂ ਬੰਦਿਆਂ ਦੇ ਵਿੱਚ ਵਿਚਰਨਾ ਤੇ ਇਲਾਕੇ ਬਾਰੇ ਜਾਣਕਾਰੀ ਹਾਸਲ ਕਰਨਾ, ਉਹਦਾ ਕਰਕੇ ਫਿਰ 4000 ਦਾ ਫਰਕ ਉਦੋਂ ਪਿਆ ਸੀ, ਜਿਹੜਾ ਕਿ ਬਾਅਦ ਦੇ ਵਿੱਚ ਆਪਾਂ ਕੈਪਟਨ ਸਾਹਿਬ ਵਾਲੀ ਜਿਹੜੀ 14 'ਚ ਵੀ ਮੈਂ 10,000 ਤੇ ਜਿੱਤਿਆ, ਮੈਂ ਆਪਣੀ ਵੀ 10,000 ਤੇ ਜਿੱਤਿਆ। 2 ਇਲੈਕਸ਼ਨਾਂ ਔਜਲਾ ਸਾਹਿਬ ਦੀਆਂ, ਉਹਨਾਂ ਨੂੰ ਵੀ 15,000 ਤੇ ਦੋਵਾਂ ਇਲੈਕਸ਼ਨਾਂ 'ਚ ਜਿਤਾਇਆ। ਅਟਾਰੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਅਟਾਰੀ ਹਲਕੇ ਤੋਂ ਔਜਲਾ ਸਾਹਿਬ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਵੀ ਦੋਨਾਂ ਇਲੈਕਸ਼ਨਾਂ ਦੇ ਵਿੱਚ 15,000 ਤੇ ਜਿਤਾਇਆ ਜੀ। ਜੀ ਸਾਹਿਬ, ਗੱਲ ਕਰੀਏ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨੇ, ਕਾਫੀ ਗਤੀਵਿਧੀਆਂ ਜਿਹੜੀਆਂ ਤੇਜ਼ ਨਜ਼ਰ ਆ ਰਹੀਆਂ। ਤੁਹਾਡੀ ਖਾਸ ਕਰਕੇ ਗੱਲ ਕਰਾਂ ਤਾਂ ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਫੀ ਨਜ਼ਦੀਕੀਆਂ ਨੇ, ਮੈਂ ਉੱਥੇ ਲਗਾਤਾਰ ਹੀ ਕਵਰੇਜ ਤੇ ਕਰਦਾ ਰਿਹਾ। ਤੇ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਕੈਪਟਨ ਸਾਹਿਬ ਦੇ ਨਾਲ ਵੀ ਕਾਫੀ ਕਲੋਜ਼ ਰਹੇ ਹੋ, ਉਹਦਾ ਵੀ ਕੈਪਟਨ ਸਾਹਿਬ ਨੇ ਤੁਹਾਨੂੰ ਦਿੱਤਾ। ਲੱਗਦਾ ਨਹੀਂ ਹੈ ਇਸ ਦੇ ਨਾਲ ਕੈਪਟਨ ਸਾਹਿਬ ਵੀ ਕਿਤੇ ਨਾਰਾਜ਼ ਹੋਣਗੇ? ਨਹੀਂ ਜੀ, ਮੈਂ ਵੇਖੋ ਜੇ ਤੁਸੀਂ ਫਰਕ ਕਰੋ ਤਾਂ ਠੀਕ ਹੈ, ਵਾਜਬ ਹੈ। ਲੇਕਿਨ ਇੱਕ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਸਾਡੇ ਪਾਰਟੀ ਦੇ ਮੁਖੀ ਨੇ ਪੰਜਾਬ ਦੇ ਵਿੱਚ, ਕੈਪਟਨ ਸਾਹਿਬ ਸਾਡੇ ਸਰਕਾਰ ਦੇ ਮੁਖੀ ਨੇ, ਮੁੱਖ ਮੰਤਰੀ ਨੇ ਸਾਡੇ, ਤੇ ਮੈਨੂੰ ਬਿਲਕੁਲ ਦੋਵਾਂ ਦੇ ਵਿੱਚ ਉਹ ਆਪਣੀ ਕਾਰਗੁਜ਼ਾਰੀ ਕਰਨ। ਔਰ ਜਿਵੇਂ ਇੱਕ ਇੰਗਲੈਂਡ ਦੇ ਸੰਵਿਧਾਨ ਦੇ ਵਿੱਚ ਆ ਕਿ ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ, ਇਕੱਠੇ ਹੋ ਕੇ ਲੜਨਗੇ ਤੇ 22 ਦੀਆਂ ਚੋਣਾਂ ਬਿਲਕੁਲ ਹੈਂਡਸ ਡਾਊਨ ਅਸੀਂ ਜਿੱਤਾਂਗੇ ਜੀ। ਔਰ ਹੋ ਵੀ ਰਹੇ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਉਹ ਆਪਸ ਵਿੱਚ ਦੀ ਵੀ ਮਿਲਦੇ ਨੇ, ਅਸੀਂ ਵੀ ਦੋਨਾਂ ਨੂੰ ਮਿਲਦੇ ਹਾਂ, ਕੋਈ ਉਹ ਸਮੱਸਿਆ ਵਾਲੀ ਗੱਲ ਨਹੀਂ। ਲੱਗਦਾ ਨਹੀਂ ਕਿ ਕੈਪਟਨ ਸਾਹਿਬ ਨੇ ਤੁਹਾਡਾ ਸਿਆਸਤ ਦੇ ਵਿੱਚ ਪੈਰ ਪਾਇਆ ਸੀਗਾ ਤਾਂ ਕੁਝ ਐਮਐਲਏ ਜਿਹੜੇ ਸੀ ਉਹ ਕੈਪਟਨ ਸਾਹਿਬ ਦੇ ਨਾਲ ਖਲੋਗੇ, ਕੁਝ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ ਖਲੋਗੇ। ਤੁਹਾਡਾ ਕਿੱਧਰ ਫਰਜ਼, ਕਿਵੇਂ ਮਨ ਬਣ ਗਿਆ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ ਖਲੋਗੇ? ਨਹੀਂ, ਐਜ ਏ ਪਾਰਟੀ ਪ੍ਰਧਾਨ ਤੇ ਸਾਡਾ ਤੇ ਫਰਜ਼ ਵੀ ਬਣਦਾ ਹੈ ਕਿ ਉਹ ਜਿਹੜੀ ਪਾਰਟੀ ਦੀਆਂ ਗਤੀਵਿਧੀਆਂ ਉਹਦੇ ਵਿੱਚ ਵੀ ਅਸੀਂ ਪੁਰਜੋਰ ਅਸੀਂ ਆਪਣਾ ਸਹਿਯੋਗ ਪਾਈਏ ਤੇ ਸਰਕਾਰ ਦੇ ਵਿੱਚ ਵੀ ਕੈਪਟਨ ਸਾਹਿਬ ਦੇ ਨਾਲ ਵੀ ਸਾਡਾ ਪੂਰਾ ਰਵੇ। ਤੇ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੈ ਜੀ, ਕਿਉਂ ਧੜੇਬੰਦੀ ਤੇ ਅਸੀਂ ਖਤਮ ਕਰਨ ਦੀ ਗੱਲ ਕਰਦੇ ਹਾਂ ਤੇ ਧੜੇਬੰਦੀ ਰੱਖ ਕੇ ਕਰਨਾ ਤੇ ਫਿਰ ਕੋਈ ਉਹਦਾ ਫਾਇਦਾ ਨਹੀਂ। ਸਭ ਤੁਹਾਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨਾ ਪੰਜਾਬ ਦੀ ਸਿਆਸਤ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਆਵੇਗਾ? ਵੇਖੋ, ਚੇਂਜ ਇਜ਼ ਆਲਵੇਜ਼ ਪਲੇਜ਼ੈਂਟ।
ਇਹ ਕਿਹਾ ਜਾਂਦਾ ਹੈ। ਔਰ ਜਦੋਂ ਚੇਂਜ ਆਉਂਦੀ ਆ, ਹਾਲਾਂਕਿ ਜਾਖੜ ਸਾਹਿਬ ਜਿਹੜੇ ਬਹੁਤ ਹੀ ਵਧੀਆ ਪ੍ਰਧਾਨ ਸਨ ਜੀ, ਆਈ ਹੈਵ ਦੀ ਹਾਈਐਸਟ ਰਿਗਾਰਡਸ ਫਾਰ ਹਿਮ ਆਲਸੋ, ਕਿਉਂਕਿ ਜਦੋਂ ਉਹ ਆਪੋਜੀਸ਼ਨ ਦੇ ਲੀਡਰ ਸੀ, ਜੋ ਮੁੱਦੇ ਉਹਨਾਂ ਨੇ ਉਦੋਂ ਅਕਾਲੀਆਂ ਨੂੰ ਘੇਰ ਕੇ ਰੱਖਿਆ, ਉਹ ਬਹੁਤ ਹੀ ਰਿਮਾਰਕੇਬਲ ਸਨ, ਬਹੁਤ ਹੀ ਰਿਮਾਰਕੇਬਲ ਸਨ। ਅਤੇ ਉਹਨਾਂ ਦੀ ਮੈਂ ਉਦੋਂ ਵੀ ਕਾਰਜਸ਼ੈਲੀ ਵੇਖੀ, ਬਤੌਰ ਪ੍ਰਧਾਨ ਵੀ ਵੇਖੀ ਆ। ਲੇਕਿਨ ਕਦੀ ਨਾ ਕਦੀ ਹਰ ਜਿਹੜੀ ਪੋਸਟ ਆ, ਹਰ ਜਿਹੜਾ ਬਦਲਾਵ ਆ, ਉਹ ਹੋਣਾ ਹੀ ਹੁੰਦਾ ਜੀ। ਅਤੇ ਉਹ ਜੇ ਬਦਲਾਅ ਹੋਇਆ ਅਤੇ ਚਲੋ ਸਿੱਧੂ ਸਾਹਿਬ ਆਏ ਨੇ, ਉਹਦਾ ਕਰਕੇ ਵੀ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ। ਔਰ ਇਹ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਲੋਕਾਂ ਨੂੰ ਜਿਵੇਂ ਆਸ ਸੀ ਆਪ ਵਾਲਿਆਂ ਨੂੰ ਵੀ ਸਾਡੇ 'ਚ ਆ ਜਾਣਗੇ, ਸਾਡੇ 'ਚ ਆ ਜਾਣਗੇ, ਉਹ ਗੱਲ ਨਹੀਂ ਹੋਈ। ਉਹਦਾ ਬਹੁਤ ਵੱਡਾ ਐਡਵਾਂਟੇਜ ਮਿਲਿਆ ਜੀ। ਸਿੱਧੂ ਲਗਾਤਾਰ ਹੀ ਬਾਈਬਲ ਕਲਾਂ ਜਾਂ ਬੇਅਦਬੀ ਮਾਮਲਿਆਂ ਨੂੰ ਲੈ ਕੇ, ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਕਾਫੀ ਮੁੱਦੇ ਜਿਹੜੇ ਸੀ ਕੈਪਟਨ ਸਰਕਾਰ ਤੇ ਖੁੱਚਦੇ ਰਹੇ ਕਿ ਉਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ। ਤੁਹਾਨੂੰ ਲੱਗਦਾ ਹੈ ਕਿ ਹੁਣ ਪ੍ਰਧਾਨ ਬਣ ਗਏ ਨੇ, ਵਾਕਈ ਲੋਕਾਂ ਨੂੰ ਇਨਸਾਫ ਮਿਲ ਜੂ ਉਹਨਾਂ ਚੀਜ਼ਾਂ ਦਾ? ਨਹੀਂ ਮਿਲਣਾ। ਹੁਣ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਬੇਅਦਬੀ ਵਾਲਾ ਮਾਮਲਾ ਸੀਗਾ, ਉਦੋਂ ਸਿੱਟ ਬਣਾ ਦਿੱਤੀ, ਉਦੋਂ ਕਮਿਸ਼ਨ 2 ਬੈਠੇ, ਉਦੋਂ ਵੀ ਕੰਮ ਚੱਲਦਾ ਸੀਗਾ। ਲੇਕਿਨ ਉਹਨੂੰ ਐਕਸਪੀਡਾਈਟ ਕਰਨ ਲਈ, ਕਿਉਂਕਿ ਸਰਕਾਰ ਕੋਲ ਹੋਰ ਵੀ ਕਈ ਮਸਲੇ ਹੁੰਦੇ ਨੇ, ਬਹੁਤ ਇੰਪੋਰਟੈਂਟ ਮਸਲੇ ਹੁੰਦੇ ਨੇ, ਦਿਸ ਵਾਜ ਵਨ ਆਫ ਦੀ ਮੋਸਟ ਇੰਪੋਰਟੈਂਟ। ਸੋ ਇਹਦੇ ਵੱਲੇ ਤਵੱਜੋ ਜਿਹੜੀ ਆ, ਹੁਣ 2 ਹੈਡਸ ਆਰ ਆਲਵੇਜ਼ ਬੈਟਰ ਦੈਨ 1। ਕੈਪਟਨ ਸਾਹਿਬ ਆਪਣੀ ਤਰਫੋਂ, ਸਿੱਧੂ ਸਾਹਿਬ ਆਪਣੇ ਵੱਲੋਂ ਕਰ ਰਹੇ ਨੇ, ਐਂਡ ਸਮ ਰਿਜ਼ਲਟ ਇਜ਼ ਲਾਈਕਲੀ ਟੂ ਕਮ ਆਊਟ ਆਫ ਇਟ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ 4.5 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਸਾਡੇ ਨਾਲ ਉੱਥੇ ਬੈਠਿਆਂ ਵਾਅਦਾ ਕੀਤਾ ਸੀ, ਧਰਨਾ ਉਠਾ ਦਿਓ, ਅਸੀਂ ਫੜ ਕੇ ਦੋਸ਼ੀ ਜਿਹੜੇ ਆ ਜੇਲ੍ਹਾਂ ਦੇ ਵਿੱਚ ਦੇਵਾਂਗੇ। 4.5 ਸਾਲ ਹੋ ਗਏ, ਹਾਲੇ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਦੇਖੋ, ਦੇ ਮੇ ਬੀ ਰਾਈਟ ਇਨ ਦੇਅਰ ਓਨ ਵੇ, ਆਪਾਂ ਉਹਨਾਂ ਨੂੰ ਰਿਬਟ ਨਹੀਂ ਕਰਦੇ, ਉਹਨਾਂ ਤੋਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਪਰ ਜਿਹੜਾ ਆਪਣੇ ਅਸੀਂ ਵੀ ਵੇਖਿਆ, ਸਾਡਾ ਇੱਕ 2008 'ਚ ਮੇਰਾ ਇੱਕ ਭਤੀਜਾ ਸੀਗਾ, ਉਹਦੀ ਡੈਥ ਹੋ ਗਈ ਸੀ ਪੋਲਿੰਗ ਬੂਥ 'ਤੇ, ਮਰਡਰ ਕਰਤਾ ਸੀ ਕਾਲੀਆਂ ਨੇ। ਔਰ ਉਹਨੂੰ 8 ਤੋਂ ਬਾਅਦ ਜਿਹੜੀ ਸਜ਼ਾ ਹੋਈ ਹੈ, ਉਹ 16 ਦੇ ਵਿੱਚ ਹੋਈ ਹੈ। 8 ਸਾਲ ਲੱਗੇ ਆ। ਸੋ ਮੇਰਾ ਕਹਿਣ ਤੋਂ ਭਾਵ ਇੱਕ ਕੇਸ ਸੀ ਸਿੰਪਲ ਜਿਹਾ, ਉਹਨੂੰ 8 ਸਾਲ ਲੱਗੇ। ਜਿਹੜੀ ਕੋਰਟਾਂ ਦੀ ਪ੍ਰਕਿਰਿਆ ਵਾ, ਉਹ ਆਪਣੇ ਹਿਸਾਬ ਨਾਲ ਚੱਲਦੀ ਜੀ, ਆਪਣੇ ਪੋਲੀਟੀਕਲ ਬੰਦਿਆਂ ਦੇ ਕਹਿਣ 'ਤੇ ਨਹੀਂ ਚੱਲਦੀ। ਸੋ ਉਹ ਕੰਮ ਤੇ ਚੱਲਦਾ ਸੀ। ਕਮਿਸ਼ਨ ਬੈਠੇ, ਕਮਿਸ਼ਨਾਂ ਨੇ ਜੋ ਵੀ ਕਿਹਾ, ਬਹੁਤ ਮਿਹਨਤ ਕੀਤੀ। ਫਿਰ ਜਿਹੜੇ ਆਪਣੇ ਸਿੱਟ ਬਣਾਈ, ਸਿੱਟ ਨੇ ਆਪਣਾ ਕੰਮ ਸ਼ੁਰੂ ਕੀਤਾ। ਬਾਕੀ ਜਿਹੜੇ ਸਿੱਟ ਦੇ ਵਿੱਚ ਵੀ ਜਦੋਂ ਜਿਹੜਾ ਕੇਸ ਆ, ਇਹ ਖਾਰਜ ਕਰਤਾ ਹਾਈ ਕੋਰਟ ਨੇ, ਉਹ ਸਿਰਫ 2 FIR ਸੀ, 5 ਜਿਹੜੀਆਂ ਸੀ ਉਹ ਤਾਂ ਕੋਰਟਾਂ ਦੇ ਵਿੱਚ ਅਜੇ ਹੈਗੀਆਂ ਨੇ, ਚੱਲ ਰਹੇ ਨੇ ਕੇਸ। ਤੇ ਕੋਰਟਾਂ ਨੂੰ ਵੀ ਕਹਿਣਾ ਡਿਕਟੇਟ, ਜਾਂ ਐਨੀ ਗਵਰਨਮੈਂਟ ਕਹਿਣਾ ਡਿਕਟੇਟ ਕਿ ਤੁਸੀਂ ਇਹਨਾਂ ਨੂੰ ਬੰਦਿਆਂ ਨੂੰ ਫੜ ਕੇ, ਹਾਂ ਜਿਨ੍ਹਾਂ ਨੂੰ ਗੁੱਸਾ ਹੁੰਦਾ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਮਤਲਬ ਇਹ ਜਾਣੇ ਚਾਹੀਦੇ ਤੁਰੰਤ ਅੰਦਰ। ਲੇਕਿਨ ਕੋਰਟ ਦੀ ਆਪਣੀ ਪ੍ਰਕਿਰਿਆ ਹੈ, ਉਹਦੇ ਵਿੱਚ ਇਟ ਟੇਕਸ ਟਾਈਮ ਐਂਡ ਵੀ ਕੈਨ ਨਾਟ ਡਿਕਟੇਟ। ਸੋ ਮੈਨੂੰ ਐਂ ਲੱਗਦਾ ਵੀ ਜਿਵੇਂ ਹੁਣ ਬਹੁਤ ਹੀ ਐਕਸਪੀਡਾਈਟ ਕੀਤਾ ਹੈ, ਸਮ ਰਿਜ਼ਲਟ ਇਜ਼ ਲਾਈਕਲੀ ਟੂ ਕਮ ਇਨ ਅ ਸ਼ਾਰਟ ਟਾਈਮ। ਸਰ, ਜੇ ਤੁਸੀਂ ਦੱਸਿਆ ਕਿ 5 FIR ਹਲੇ ਕੋਰਟ ਦੇ ਵਿੱਚ ਪਈਆਂ ਨੇ, ਫਿਰ IG ਕੁੰਵਰ ਵਿਜੇ ਪ੍ਰਤਾਪ ਹੀ ਉਸ ਜਾਂਚ ਕਰ ਰਹੇ ਸੀ, ਤੇ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ? ਨਹੀਂ, ਉਹ 5 ਵੱਖਰੀਆਂ ਨੇ ਜੀ। ਇਹਨਾਂ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਕੋਲੇ 2 FIR ਸੀਗੀਆਂ ਹਾਂਜੀ, ਇੱਕ 2015 ਦੀ ਸੀ, ਇੱਕ 2018 ਦੀ ਸੀ। ਲੇਕਿਨ ਅਸਤੀਫਾ ਜਦੋਂ ਵੇਖੋ, ਹਾਲਾਂਕਿ ਅਫਸਰ ਕੋਈ ਵੀ, ਜਦੋਂ ਅਸੀਂ ਵੀ ਰਹੇ ਹਾਂ, ਆਪਣਾ ਪੂਰਾ ਜ਼ੋਰ ਲਾ ਦਿੰਦਾ ਆਪਣਾ ਉਹਦੇ ਵਿੱਚ ਇਨਵੋਲਵਮੈਂਟ ਕਰਕੇ, ਐਂਡ ਹੀ ਇਜ਼ ਅ ਵੈਰੀ ਇੰਟੈਲੀਜੈਂਟ ਅਫੀਸਰ ਆਲਸੋ। ਲੇਕਿਨ ਉਹ ਜਦੋਂ ਹਾਈ ਕੋਰਟ ਨੂੰ ਜਿਹੜਾ ਫੈਸਲਾ ਆਇਆ, ਉਹ ਵੀ ਕੈਨ ਨਾਟ ਸੇ ਐਨੀਥਿੰਗ ਔਨ ਦੀ ਕੋਰਟਸ ਵਰਡਿਕਟ, ਪਰ ਉਹ ਇੰਨਾ ਵਧੀਆ ਨਹੀਂ ਲੱਗਿਆ ਉਹਨਾਂ ਨੂੰ ਕਿ ਵੀ ਉਹ that decision tried to inflict ਕੁੰਵਰ ਵਿਜੇ ਪ੍ਰਤਾਪ ਇਟਸੈਲਫ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਫੈਕਟਸ ਦੇ ਉੱਤੇ ਤੁਸੀਂ ਕੇਸ ਦੇ ਦਿਓ, ਕੋਈ ਵੀ ਅੱਗੇ ਜਾਣਗੇ ਆਪੇ ਹਾਈ ਕੋਰਟ, ਸੁਪਰੀਮ ਕੋਰਟ ਵਿੱਚ ਜਾਂ ਕਿਸੇ ਹਾਂਜੀ ਉਹ ਉਹਨਾਂ ਦੇ ਉੱਤੇ ਕਾਫੀ ਪਰਸਨਲ ਲੈਵਲ ਦੇ ਉੱਤੇ ਉਹਨਾਂ ਨੇ ਕਾਫੀ ਉਹ ਕੀਤਾ ਸੀਗਾ। DC ਸਾਹਿਬ, ਤੁਹਾਨੂੰ ਲੱਗਦਾ ਤੁਸੀਂ ਵੀ ਸਰਕਾਰੀ ਮੁਲਾਜ਼ਮ ਰਹੇ ਹੋ, ਅਗਰ ਕੋਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਝੱਟ ਅਸਤੀਫਾ ਦੇ ਕੇ ਕਿਸੇ ਪਾਰਟੀ ਜੁਆਇਨ ਕਰ ਲੈਣੀ, ਕਿੰਨੀ ਕੁ ਆਪਣੇ ਆਪ 'ਚ ਸੱਚਾਈ ਪੇਸ਼ ਕੀਤੀ ਗਈ ਹੈ? ਨਹੀਂ, ਇਹ ਤਾਂ ਜ਼ਰੂਰੀ ਨਹੀਂ ਸੀ ਜੀ। ਇਹ ਤਾਂ ਉਹਨਾਂ ਦੇ ਇਟ ਮੇ ਬੀ ਪਰਸਨਲ ਦਿਸ ਥਿੰਕ, ਪਹਿਲਾਂ ਹੀ ਮਨ ਬਣਾਇਆ ਹੋਵੇ ਕਿ ਮੈਂ ਜੇ ਨਾਟ ਬਿਕੋਜ਼ ਆਫ ਦੀ ਡਿਸੀਜ਼ਨ, ਜੇ ਬੰਦੇ ਦਾ ਪਹਿਲਾਂ ਹੀ ਮਨ ਬਣਿਆ, ਜਿਵੇਂ ਮੇਰਾ ਵੀ ਬਣ ਗਿਆ ਸੀ, ਆਈ ਵਾਜ ਇਨ ਸਰਵਿਸ, ਜਦੋਂ ਮੇਰਾ ਮਨ ਬਣਿਆ, ਤਾਂ ਮਤਲਬ ਉਹ ਤਾਂ ਉਹਦੀ ਪਰਸਨਲ ਵਿਊਜ਼ ਨੇ ਕਿ ਜਦੋਂ ਵੀ ਚਾਹੇ ਵੀ ਛੱਡ ਸਕਦਾ, ਜੇ ਉਹਦਾ ਇੰਟਰਸਟ ਹੈ ਇੱਧਰ ਤਾਂ, ਤੇ ਛੱਡ ਦਿੱਤਾ ਉਹਨਾਂ ਨੇ ਜੀ। ਉਹਦਾ ਇਟ ਮੇ ਨਾਟ ਬੀ, ਵੀ ਕੈਨ ਨਾਟ ਲਿੰਕ ਇਟ ਵਿਦ ਦੀ ਹਾਈ ਕੋਰਟਸ ਡਿਸੀਜਨ। ਜੀ ਗੱਲ ਕਰੀਏ ਕਿ ਅੱਜ ਕੱਲ੍ਹ ਦੋਸ਼ ਵੀ ਲੱਗ ਰਿਹਾ ਹੈ ਜੀ ਕੁੰਵਰ ਵਿਜੇ ਪ੍ਰਤਾਪ ਕੀ ਜਿਹੜੀ ਸਿੱਟ ਦੀ ਜਾਂਚ ਕੀਤੀ ਸੀ, ਉਹ ਕਿਸੇ ਆਮ ਆਦਮੀ ਪਾਰਟੀ ਲੀਡਰ ਦੇ ਕਹਿਣ 'ਤੇ ਕੀਤੀ ਗਈ। ਤੁਹਾਨੂੰ ਲੱਗਦਾ ਕਿ ਵਾਕਈ ਇਹ ਸੱਚਾਈ ਹੋਵੇਗੀ? ਨੋ ਆਈ ਕੈਨ ਨਾਟ ਸੇ ਡੈਟ, ਕਿਉਂਕਿ ਉਹ ਜਦੋਂ ਕੋਈ ਅਫਸਰ ਜੇ ਡਿਊਟੀ ਦਿੱਤੀ ਜਾਂਦੀ ਆ, ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਅਫਸਰ ਜਿਹੜਾ, ਉਹਨੇ ਆਪਣੀ ਪੂਰੀ
ਪੂਰਾ ਜ਼ੋਰ ਲਾਇਆ ਹੋਊਗਾ ਜਾਂਚ ਕਰਨ ਨੂੰ। ਐ ਨਹੀਂਗਾ ਕੋਈ ਵੀ ਅਫਸਰ ਇਸ ਲੈਵਲ ਦੇ ਉੱਤੇ ਇਸ ਤਰ੍ਹਾਂ ਨਹੀਂ ਕਰ ਸਕਦਾ, ਮੈਂ ਨਹੀਂ ਸਮਝਦਾ। ਇਸ ਖਾਸ ਕਰਕੇ ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ ਅਟਾਰੀ ਹਲਕਾ ਪੈਂਦਾ ਬਿਲਕੁਲ ਬਾਰਡਰ ਦੇ ਨਾਲ ਪੈਂਦਾ। ਅਕਾਲੀ ਦਲ ਦਾ ਕਹਿਣਾ ਕਿ ਤਾਰੋ ਪਾਰ ਜਿੰਨੀਆਂ ਵੀ ਜ਼ਮੀਨਾਂ ਸਨ ਅਕਾਲੀ ਦਲ ਨੇ 10-10 ਹਜ਼ਾਰ ਰੁਪਈਆ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਤੇ ਕਾਂਗਰਸ ਨੇ ਆਣ ਕੇ ਜਿਹੜੇ ਉਹ ਖਤਮ ਬਿਲਕੁਲ ਕਰਤਾ, ਸਾਡੇ ਵੱਲੋਂ ਦਿੱਤਾ ਵੀ ਜਾਂਦਾ ਸੀ। ਨਹੀਂ, ਬਿਲਕੁਲ ਨਹੀਂ ਜੀ, ਇਹ ਬਿਲਕੁਲ ਸਰਾਸਰ ਝੂਠ ਤੇ ਗੁੰਮਰਾਹਕੁਨ ਬਿਆਨ ਹੈ ਉਹਨਾਂ ਦਾ। ਅੱਜ ਵੀ ਉਹ ਲਾਗੂ ਹੈ, ਲੇਕਿਨ ਸੈਂਟਰ ਗਵਰਨਮੈਂਟ ਜਦੋਂ ਚਾਹੇ ਉਹ ਕਿਸ਼ਤ ਭੇਜਦੀ ਹੈ। ਇਟ ਇਜ਼ ਨਾਟ ਵੀ ਜਸਟ ਆਸਕ ਦੀ ਡੀਸੀਜ਼ ਕਿ ਵੀ ਕਦੋਂ ਆਉਣਾ ਹੈ, ਕਦੋਂ ਪੈਸਾ ਉਹ ਆਉਣਾ ਹੈ, ਤਾਂ ਉਹ ਜਦੋਂ ਪੈਸਾ ਆ ਗਿਆ ਉਦੋਂ ਉਹਨਾਂ ਨੇ ਦੇ ਦੇਣਾ ਜੀ। ਉਹ ਬਿਲਕੁਲ ਲਾਗੂ ਅੱਜ ਦੀ ਡੇਟ 'ਚ ਵੀ। ਔਰ ਜੇ ਕਿਸੇ ਇੱਕ ਅੱਧੇ ਪਿੰਡ ਨੂੰ ਕਿਸੇ ਡਿਸਪਿਊਟ ਕਰਕੇ, ਕਿਸੇ ਝਗੜੇ ਕਰਕੇ ਨਹੀਂ ਮਿਲਿਆ ਕਿਸੇ ਨੂੰ, ਤਾਂ ਇਹੀ ਕੈਨ ਸੇ ਕਿ ਮੈਨੂੰ ਨਹੀਂ ਮਿਲਿਆ। ਬਾਕੀ ਸਾਰਿਆਂ ਪਿੰਡਾਂ ਦੇ ਵਿੱਚ ਬਕਾਇਦਾ ਮਿਲਦਾ ਹੈ ਜਦੋਂ ਐਜ ਐਂਡ ਵੈਨ ਇਟ ਕਮਸ ਫਰੋਮ ਦੀ ਸੈਂਟਰ ਗਵਰਨਮੈਂਟ, ਇਟਸ ਇਨ ਦੀ ਹੈਂਡਸ ਆਫ ਦੀ ਸੈਂਟਰ ਗਵਰਨਮੈਂਟ। ਇਹ ਸਾਡਾ ਉਹਦੇ 'ਚ ਕੋਈ ਬਹੁਤਾ ਨਹੀਂ। ਅਸੀਂ ਤਾਂ ਡੀਸੀ ਸਾਹਿਬ ਨੂੰ ਪੁੱਛ ਸਕਦੇ ਹਾਂ ਵੀ ਸਾਡਾ ਇਹ ਕਦੋਂ ਕੁ ਤੱਕ ਆਉਣਾ ਹੈ ਤੇ ਦੇ ਦਿਆ ਜੇ, ਤੇ ਉਹ ਬੰਦ ਨਹੀਂ ਹੋਇਆ ਜੀ ਬਿਲਕੁਲ। ਗੱਲ ਕਰੀਏ ਕਿ ਜਿਵੇਂ ਹੁਣ ਬਾਕੀ ਪਾਰਟੀਆਂ ਵੱਲੋਂ ਦਲਿਤ ਭਾਈਚਾਰੇ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੀ ਆ, ਡਿਪਟੀ ਸੀਐਮ ਬਣਾਵਾਂਗੇ ਜਾਂ ਸੀਐਮ ਬਣਾ ਦਿਆਂਗੇ। ਖਾਸ ਕਰਕੇ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਨੇ ਗੁਲਜ਼ਾਰ ਸਿੰਘ ਰੈਣੀਕੇ। ਤੁਹਾਨੂੰ ਲੱਗਦਾ ਹੈ ਕਿ ਡਿਪਟੀ ਸੀਐਮ ਦੇ ਅਹੁਦੇ ਨਾਲ ਤੁਹਾਨੂੰ ਕੋਈ ਵੱਡਾ ਫਰਕ ਪੈ ਸਕਦਾ ਆ? ਦੇਖੋ, ਪਾਰਟੀ ਨੂੰ ਮਾਨ ਸਨਮਾਨ ਮਤਲਬ ਇੱਕ ਪਰਟੀਕੂਲਰ ਕਾਸਟ ਨੂੰ, ਵੈਸੇ ਤਾਂ ਆਈ ਬਿਲੀਵ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਮੁਤਾਬਕ ਚੱਲੀਏ ਤੇ ਇਹ ਜਿਹੜਾ ਵਿਤਕਰੇ ਆ ਉਹ ਖਤਮ ਕਰਨੇ ਚਾਹੀਦੇ ਆ। ਹੀ ਸੈਡ ਕਿ ਵੀ ਜਿਹੜਾ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਵੀ ਆਪਣੇ ਨਾਂ ਦੇ ਅੱਗੇ ਸਿੰਘ ਤੇ ਕੌਰ ਲਾਉਣਾ, ਮਤਲਬ ਤੁਸੀਂ ਸਬ ਕਾਸਟ ਵੀ ਨਹੀਂ ਲਾਉਣੀ। ਕਿਉਂਕਿ ਮੈਂ ਤੇ ਅਸੈਂਬਲੀ 'ਚ ਵੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਦਾ 550ਵਾਂ ਸੀਗਾ, ਆਈ ਵਾਜ਼ ਗਿਵਨ ਦੀ ਅਪਰਚੁਨਿਟੀ ਐਂਡ ਇਟ ਵਾਜ਼ ਏ ਰੇਅਰ ਅਪਰਚੁਨਿਟੀ। ਮੈਂ ਤੇ ਹਰਮਿੰਦਰ ਗਿੱਲ MLA ਸਾਹਿਬ, ਅਸੀਂ ਕਾਂਗਰਸ ਵੱਲੋਂ ਬੋਲੇ ਸੀ ਦੋਨੋਂ। ਮੈਂ ਉੱਥੇ ਅਸੈਂਬਲੀ 'ਚ ਕਿਹਾ ਸੀ ਕਿ ਭਾਈ ਜਿਹੜਾ ਉਹਨਾਂ ਨੇ ਕਿਹਾ ਹੈ ਗੁਰੂ ਨਾਨਕ ਦੇਵ ਨੇ ਜਾਤ ਪਾਤ ਖਤਮ ਕੀਤੀ, 10 ਗੁਰੂਆਂ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਰੇ ਲਾਤੀ ਗੱਲ ਕਿ ਬਈ ਤੁਸੀਂ ਨਾਂ ਦੇ ਅੱਗੇ ਸਬ ਕਾਸਟ ਵੀ ਨਹੀਂ ਲਾਉਣੀ ਤਾਂ ਕਿ ਪਤਾ ਨਾ ਲੱਗੇ ਵੀ ਇਹ ਜੱਟ ਆ, ਇਹ ਰਾਮਗੜੀਆ, ਇਹ ਮਜ਼੍ਹਬੀ ਸਿੱਖ ਹੈ, ਫਲਾਨਾ ਹੈ। ਲੇਕਿਨ ਆਪਾਂ ਸਾਰੇ ਇੱਕ ਤਾਂ 550ਵਾਂ ਮਨਾ ਰਹੇ ਹਾਂ, ਔਰ ਦੂਸਰਾ ਆਪਾਂ ਇੰਨਾ ਗੁਰੂ ਸਾਹਿਬ ਨੂੰ ਇੰਨੀ ਮਹੱਤਤਾ ਦਿੰਦੇ ਹਾਂ, ਜਗਤ ਗੁਰੂ ਨੇ ਸਾਡੇ ਉਹ। ਅਤੇ ਜੇ ਇਹ ਇੰਨਾ ਚੰਗਾ ਉਹਨਾਂ ਨੇ ਫੈਸਲਾ ਲਿਆ ਸੀਗਾ, ਇੰਨਾ ਚੰਗਾ ਉਹਨਾਂ ਨੇ ਇਹ ਸਿਧਾਂਤ ਬਣਾਇਆ ਸੀ, ਅਤੇ ਆਪਾਂ ਉਹਦੇ 'ਤੇ ਪਹਿਰਾ ਦੇ ਕੇ ਕਿਉਂ ਲਿਖਦੇ ਹਾਂ ਕਿ ਸਾਰੇ ਆਪਾਂ ਆਪਣੇ ਨਾਂ 'ਤੇ ਭਾਵੇਂ ਛੋਟੇ ਲਿਖ ਲਈਏ ਲੇਕਿਨ ਜਾਤਾਂ ਆਪਾਂ ਬਹੁਤ ਵੱਡੀਆਂ ਕਰਕੇ ਲਿਖਦੇ ਹਾਂ। ਸੋ ਇਟਸ ਅਗੇਂਸਟ ਦੀ ਵਿਲ ਆਫ ਦੀ ਗੁਰੂ, ਸੋ ਇਟ ਸ਼ੁੱਡ ਨਾਟ ਬੀ। ਸੋ ਮੇਰਾ ਇਹ ਕਹਿਣਾ ਹੈ। ਲੇਕਿਨ ਇੱਥੇ ਜਦੋਂ ਪੋਲੀਟੀਕਲੀ ਦੇਖਦੇ ਆ ਕਿ ਜਿਹੜੇ ਪਿੱਛੇ ਰਹਿ ਗਏ ਨੇ, ਇਹ ਅਮਰੀਕਾ ਵਿੱਚ ਵੀ ਅਫਰਮੇਟਿਵ ਐਕਸ਼ਨ ਲਿਆ ਗਿਆ ਸੀ, ਨੀਗਰੋਜ਼ ਨੂੰ ਦਿੱਤਾ ਗਿਆ ਸੀ। ਅਤੇ ਜਿਹੜੀਆਂ ਕਾਸਟ ਪਿੱਛੇ ਰਹਿ ਗਈਆਂ ਨੇ ਸਮ ਹੋਰ ਦੀ ਅਦਰ ਕਈ ਕਾਰਨਾਂ ਕਰਕੇ, ਕਿਉਂਕਿ ਉਹਨਾਂ ਨਾਲ ਵਿਤਕਰਾ ਕੀਤਾ ਗਿਆ, ਉਹਨਾਂ ਨੂੰ ਪਿਛਾਂਹ ਧੱਕਿਆ ਗਿਆ, ਉਹ ਅਨਟੱਚੇਬਲ ਹੋ ਗਏ, ਉਹਨਾਂ ਨਾਲ ਹਾਂਜੀ ਉਹ ਪਿੱਛੇ ਰਹਿ ਗਏ ਕਿਸੇ ਨਾ ਕਿਸੇ ਫਾਈਨੈਂਸ਼ੀਅਲ ਕਾਰਨਾਂ ਕਰਕੇ, ਸੋਸ਼ਲ ਕਾਰਨਾਂ ਕਰਕੇ, ਰਿਲੀਜੀਅਸ ਕਾਰਨਾਂ ਕਰਕੇ। ਅਤੇ ਉਹਨਾਂ ਨੂੰ ਨਾਲ ਲੈਣ ਵਾਸਤੇ ਕੁਛ ਨਾ ਕੁਛ ਦੇਣਾ ਚਾਹੀਦਾ ਜਿਹੜਾ ਕਿ ਦੂਜਿਆਂ ਨੂੰ ਦਿੰਦੇ ਹੋ, ਤਾਂ ਕਿ ਉਹਨਾਂ ਦੇ ਵਿੱਚ ਵੀ ਇੱਕ ਉਤਸ਼ਾਹ ਭਰੇ, ਉਹਨਾਂ ਦੀ ਕਮਿਊਨਿਟੀ ਦੇ ਵਿੱਚ ਵੀ ਉਤਸ਼ਾਹ ਭਰੇ ਵੀ ਸਾਡੇ ਬੰਦੇ ਨੂੰ ਇਹਨਾਂ ਨੇ ਗਾੜੀ ਲਾਇਆ ਹੈ ਐਂਡ ਹੀ ਵਿਲ ਡੂ ਸਮਥਿੰਗ ਫਾਰ ਦਿਸ ਕਮਿਊਨਿਟੀ। ਲੇਕਿਨ ਉਹ ਕਿੱਥੋਂ ਤੱਕ ਸਫਲ ਹੁੰਦੇ ਆ। ਹੁਣ ਜਿਵੇਂ ਰਣੀਕੇ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਹੀ ਵਾਜ਼ ਕੈਬਨਿਟ ਮਿਨਿਸਟਰ ਫਾਰ ਸੈਵਰਲ ਈਅਰਸ। ਮੈਨੂੰ ਇੱਕ ਕੰਮ ਦੱਸ ਦੇਣਾ ਉਹਨਾਂ ਨੇ ਇਸ ਕਮਿਊਨਿਟੀ ਵਾਸਤੇ ਕੀਤਾ ਹੋਵੇ। ਬਿਲਕੁਲ ਪਿੱਛਾ ਭੁੰਕੇ ਨਹੀਂ ਵੇਖਿਆ, ਆਪਣਾ ਉਹ ਤੋਰੀ ਫੁਲਕਾ ਚੱਲਦਾ ਰਿਹਾ ਬਸ 1.5 ਸਾਲ, ਕੁਛ ਨਹੀਂ ਕੀਤਾ ਜੀ। ਸੋ ਜੇ ਇਹੋ ਜਿਹੇ ਅਹੁਦੇ ਲੈ ਕੇ ਤੇ ਇਸ ਤਰ੍ਹਾਂ ਹੀ ਬਹਿਣਾ ਹੈ ਫਿਰ ਉਹਦਾ ਫਾਇਦਾ ਨਹੀਂ। ਬਟ ਹੁਣ ਸਾਡੇ ਇੱਥੇ ਬੜੇ ਸਰਗਰਮ ਮੈਂਬਰ ਨੇ, ਡਾਕਟਰ ਰਾਜ ਕੁਮਾਰ ਵੇਰਕਾ ਕਾਫੀ ਲੋਕਾਂ ਦੀ ਸੁਣਵਾਈ ਕਰਦਾ। ਹੀ ਵਾਜ਼ ਚੇਅਰਮੈਨ ਆਫ ਦੀ ਕਮਿਸ਼ਨ ਆਲਸੋ, ST ਕਮਿਸ਼ਨ ਬੜਾ ਚੰਗਾ ਕੀਤਾ ਇਹਦੇ। ਹੋਰ ਹੁਣ ਕੈਪਟਨ ਸਾਹਿਬ ਵੀ ਜਿਹੜੇ ਨੇ ਉਹ ਵੀ ਵਧੀਆ ਕਰ ਰਹੇ ਜੀ। ਹਾਂਜੀ, ਡੈਨੀ ਨੂੰ ਲਿਆ ਜੀ ਉਹਨਾਂ ਨੇ, ਸੁਖਵਿੰਦਰ ਸਿੰਘ ਡੈਨੀ ਨੂੰ ਲਿਆ ਹੈ ਨਾਲ ਵਰਕਿੰਗ ਪ੍ਰੈਜ਼ੀਡੈਂਟ। ਔਰ ਬਾਕੀ ਵੀ ਜਿਹੜੇ ਮੰਤਰੀਆਂ ਦੇ ਵਿੱਚ ਆ ਉੱਥੇ ਕਰਦੇ ਆ। ਸੋ ਵਾਟ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਕ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ, MLA ਸ਼ਾਇਦ ਬਾਅਦ ਦੇ ਵਿੱਚ ਹੋ, ਕਿ ਲੋਕਾਂ ਦਾ ਪਿਆਰ ਜਿਹੜਾ ਉਹ ਤੁਹਾਡੇ ਪ੍ਰਤੀ ਅੱਜ ਵੀ ਹੈਗਾ ਆ। ਖਾਸ ਕਰਕੇ 74 ਸਾਲਾਂ ਬਾਅਦ ਹੀ ਰਾਜਨੀਤੀ ਲੋਕਾਂ ਨੂੰ ਕਿਵੇਂ ਆ ਗਈ ਕਿ ਐਸੀ ਭਾਈਚਾਰੇ ਨੂੰ ਹੁਣ ਉਪ ਮੰਤਰੀ ਬਣਾ ਦਈਏ ਜਾਂ ਉਹਨਾਂ ਨੂੰ ਡਿਪਟੀ CM ਬਣਾ ਦਈਏ ਜਾਂ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ? ਨਹੀਂ, ਇਹ ਨਾ ਜੀ ਇਹਨਾਂ ਦੀ ਗੱਲ ਦੀਆਂ ਚੋਣਾਂ ਵਿੱਚ ਹੀ ਕਿਉਂ ਯਾਦ ਆ ਗਈ ਇਹਨਾਂ ਨੂੰ? ਇਹ ਜਦੋਂ ਸਭ ਤੋਂ ਪਹਿਲੋਂ ਇਹ ਸੁਖਬੀਰ ਬਾਦਲ ਨੇ ਸ਼ੁਰੂ ਕੀਤਾ ਜੀ, ਫਿਰ ਇਹ BJP ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਮੁੱਖ ਮੰਤਰੀ ਬਣਾ ਦਿਆਂਗੇ।
ਇਹ ਨੀਤ ਤੇ ਨੀਤੀ ਦੇ ਵਿੱਚ ਫਰਕ ਆ। ਬੀਜੇਪੀ ਵਾਲੇ ਕਿਉਂ ਕਹਿੰਦੇ ਆ, ਉਹਨਾਂ ਨੂੰ ਪਤਾ ਵੀ ਜਦੋਂ ਅਕਾਲੀਆਂ ਦੇ ਨਾਲ ਰਲ ਕੇ ਲੜੀ ਸੀ ਉਦੋਂ ਤਾਂ 3 ਆਈਆਂ ਸੀ, 2 ਰਹਿ ਗਏ। ਉਹਨਾਂ ਨੂੰ ਪਤਾ ਵੀ ਤਾਂ ਜ਼ਿੰਦਗੀ ਟਿਲ ਅਟਰਨਿਟੀ ਸਾਡਾ ਕਦੀ ਇੱਥੇ ਬਣਨਾ ਨਹੀਂ, ਤੇ ਕਹਿਣ 'ਚ ਕੀ ਹਰਜ ਹੈ। ਜਿਨ੍ਹਾਂ ਨੇ ਫੋਕਾ ਹੀ ਕਹਿਣਾ ਤਾਂ ਉਹਨਾਂ ਨੂੰ ਕੀ ਹਰਜ ਹੈ, ਜੇ ਬਣਾਉਣਾ ਹੋਵੇ ਤਾਂ ਫੇਰ ਪਤਾ ਲੱਗੇ। ਔਰ ਉਹ ਸਭ ਤੋਂ ਜ਼ਿਆਦਾ ਵੱਧ ਵਿਤਕਰਾ ਜਿਹੜਾ ਐਸਸੀ ਕਮਿਊਨਿਟੀ ਨਾਲ ਕਰਦੇ ਆ ਉਹ ਬੀਜੇਪੀ ਵਾਲੇ ਆ, ਆਰਐਸਐਸ ਵਾਲੇ ਆ। ਆਰਐਸਐਸ ਵਾਲੇ ਤਾਂ ਇਸ ਕਮਿਊਨਿਟੀ ਨੂੰ ਉੱਥੇ ਹੀ ਖੜਨਾ ਚਾਹੁੰਦੇ ਆ, ਮਨੂ ਸਮ੍ਰਿਤੀ ਦੇ ਛੱਡਣ। ਸ਼ੂਦਰ, ਢੋਰ ਔਰ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੀ, ਇਹਦੀ ਵਿਆਖਿਆ ਕਰਦੇ ਆ ਵੀ ਸ਼ੂਦਰ ਨੂੰ ਤੇ ਡੰਗਰ ਨੂੰ ਤੇ ਔਰਤ ਨੂੰ ਇਹਨਾਂ ਨੂੰ ਸਵੇਰੇ ਪ੍ਰੈਣੀ ਫੇਰ ਲਓ ਤਾਂ ਸਾਰਾ ਦਿਨ ਤਾਂ ਕੰਮ ਠੀਕ ਕਰਨਗੇ। ਇਹੀ ਹੈ ਇਹਦੀ ਵਿਆਖਿਆ। ਕੱਢਣ ਉਹਨੂੰ ਵੀ ਅਸੀਂ ਨਹੀਂ, ਜਦੋਂ ਮੁੱਖ ਮੰਤਰੀ ਬਣਾਉਣਾ ਤੇ ਉਹਦੇ ਨਾਲ ਆਏ ਹੋਏ ਵਿਤਕਰਾ ਕਰਨਾ ਵੀ ਡੰਗਰ ਵਾਲਾ ਹੀ ਕੰਮ, ਤੇ ਫਿਰ ਉਹਦਾ ਕੋਈ ਫਾਇਦਾ ਹੀ ਨਹੀਂ ਕਹਿਣ ਦਾ। ਉਹ ਤਾਂ ਦਿਸ ਇਜ਼ ਜਸਟ ਹਿਪੋਕ੍ਰੇਸੀ। ਆ ਤੁਹਾਡੇ ਸਾਹਮਣੇ ਇਹਨਾਂ ਦਾ ਪ੍ਰੈਜ਼ੀਡੈਂਟ ਗਿਆ ਸੀ ਬਿਹਾਰ ਦੇ ਵਿੱਚ, ਬਹੁਤ ਹੀ ਸਤਿਕਾਰਯੋਗ ਰਾਸ਼ਟਰਪਤੀ ਨੇ, ਸਾਡੇ ਪਹਿਲੇ ਹੈਗੇ ਨੇ ਸਿਟੀਜ਼ਨ ਦੇਸ਼ ਦੇ। ਤੇ ਉੱਥੇ ਧੱਕਾ ਮੁੱਕੀ ਹੋ ਕੇ ਮਸਾਂ ਉਹਨਾਂ ਨੂੰ ਮੰਦਰ 'ਚ ਵਾੜਿਆ ਸੀ, ਤੇ ਬਾਅਦ 'ਚ ਮੰਦਰ ਧੋਤਾ ਗਿਆ। ਉਹਦੇ ਵਾਸਤੇ ਕੁਝ ਕਰਨ ਜੇ ਕਰ ਸਕਦੇ ਆ, ਤੇ ਵੀ ਇਹ ਨਹੀਂ ਹੋਣਾ ਚਾਹੀਦਾ, ਸਾਰਿਆਂ ਵਾਸਤੇ ਤਾਂ ਨਹੀਂ ਇਹ ਹੁੰਦਾ। ਤੇ ਜਦੋਂ ਇੰਨਾ ਵਿਤਕਰਾ ਲੈ ਕੇ ਚੱਲਦੇ ਆ, ਕਾਸਟਿਜ਼ਮ ਨੂੰ ਕਹਿਣ ਪਲੇਟਫਾਰਮ 'ਤੇ ਵੀ ਅਸੀਂ ਖਤਮ ਕਰਨੀ ਚਾਹੁੰਦੇ ਹਾਂ, ਕਰਨ ਖਤਮ ਉਹਨੂੰ, ਫਿਰ ਪਤਾ ਲੱਗੇ। ਮਨੂ ਸਮ੍ਰਿਤੀ ਨੂੰ ਖਤਮ ਕਰਨ। ਜੇ ਗੱਲ ਕਰੀਏ, ਤੁਸੀਂ ਹੁਣੇ ਹੀ ਗੁਲਜ਼ਾਰ ਸਿੰਘ ਰਣੀਕੇ ਨੂੰ ਟਾਰਗੇਟ ਕੀਤਾ, ਸਾਬਕਾ ਕੈਬਨਿਟ ਮੰਤਰੀ ਜਿਹੜੇ ਸੀ। ਤੁਸੀਂ ਕਿਹਾ ਕਿ ਉਹਨਾਂ ਨੇ ਐਸੀ ਭਾਈਚਾਰੇ ਨਾਲ ਸੰਬੰਧ ਸੀ, ਕੈਬਨਿਟ ਮੰਤਰੀ ਵੀ ਰਹੇ, ਤਾਂ ਲੋਕਾਂ ਵਾਸਤੇ ਕੁਝ ਨਹੀਂ ਕੀਤਾ। ਅਗਰ ਜੇ ਤਰਸੇਮ ਸਿੰਘ ਡੀਸੀ ਹੋਣਾ ਨੂੰ ਪੰਜਾਬ ਸਰਕਾਰ ਕੋਈ ਉੱਚਾ ਅਹੁਦਾ ਦਿੰਦੀ ਆ ਬਾਈ ਦੀਆਂ ਚੋਣਾਂ ਤੋਂ ਬਾਅਦ, ਅਗਰ ਜੇ ਜਿੱਤ ਹੁੰਦੀ ਆ, ਤਾਂ ਤੁਸੀਂ ਕੀ ਕਰਕੇ ਦਿਖਾਓਗੇ? ਵੇਖੋ ਗੱਲ ਇਸ ਤਰ੍ਹਾਂ ਵੀ ਇਹ ਤੇ ਵੀ ਕੈਨਟ ਪ੍ਰੀਐਮਪਟ। ਆਪਾਂ ਤੇ ਜਦੋਂ ਕੋਈ ਆਸ ਰੱਖੀ ਜਾਊਗੀ ਵੀ ਆਹ ਕੰਮ ਤੁਸੀਂ ਕਰ ਸਕਦੇ ਹੋ, ਦੈਨ ਉਹਦੇ 'ਚ ਵਰਕਆਊਟ ਕਰਕੇ ਤਾਂ ਵੀ ਵਿਲ ਡੂ ਅ ਲੋਟ ਫਾਰ ਦੀਸ ਪੀਪਲ। ਮੇਰਾ ਤਾਂ ਇਹ ਮਨਸ਼ਾ ਹੈ ਕਿ ਕਦੀ ਮੌਕਾ ਮਿਲਿਆ ਤੇ ਇਹਨਾਂ ਦੇ, ਜਿਨ੍ਹਾਂ ਦੇ ਵਿੱਚੋਂ ਅਸੀਂ ਉੱਠ ਕੇ ਆਏ ਹਾਂ, ਜਿਨ੍ਹਾਂ ਦੇ ਵਿੱਚੋਂ ਜਿਸ ਗਰੀਬੀ 'ਚੋਂ ਨਿਕਲ ਕੇ ਆਏ ਹਾਂ, ਇਹਨਾਂ ਲੋਕਾਂ ਦਾ ਕੁਝ ਕਰਨਾ ਚਾਹੀਦਾ। ਕਿਉਂਕਿ ਜਿਹੜਾ ਇਹੋ ਹੀ ਜਿਹੜੇ, ਜੇ ਆਪਾਂ ਗੁਰੂਆਂ ਦੇ ਅਸੂਲਾਂ 'ਤੇ ਚੱਲ ਜਾਈਏ, ਤੁਸੀਂ ਕਿਹਾ ਵੀ ਰਿਲੀਜੀਅਸ ਦਾ ਨਹੀਂ ਕਰਨਾ, ਉਹਨਾਂ ਦੇ ਅਸੂਲਾਂ 'ਤੇ ਚੱਲ ਜਾਈਏ, ਗੁਰੂ ਨਾਨਕ ਸਾਹਿਬ ਦੇ ਆ, ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਇਹ ਵਿਰਸਾ ਹੈ, ਉਹਦੇ 'ਤੇ ਚੱਲ ਜਾਈਏ ਤਾਂ ਬਹੁਤ ਉਧਾਰ ਹੋ ਸਕਦਾ ਜੀ। ਡੀਸੀ ਸਾਹਿਬ, ਇੱਕ ਤੁਹਾਡੇ ਵਿਰੋਧੀ ਜਿਹੜੇ ਹੈਗੇ ਨੇ ਗੁਲਜ਼ਾਰ ਸਿੰਘ ਰਣੀਕੇ, ਉਹ ਕਹਿ ਰਹੇ ਨੇ 4.5 ਸਾਲ ਪਹਿਲਾਂ ਕਾਂਗਰਸ ਨੇ ਲੋਕਾਂ ਦੇ ਨਾਲ, ਨੌਜਵਾਨਾਂ ਨਾਲ ਰੁਜ਼ਗਾਰ ਨੂੰ ਲੈ ਕੇ ਵਾਅਦਾ ਕੀਤਾ, ਕਿਸਾਨਾਂ ਦੇ ਨਾਲ ਵਾਅਦਾ ਕੀਤਾ, ਘਰ ਘਰ ਨੌਕਰੀ ਦੇਣ ਦਾ, ਨਸ਼ਾ ਬੰਦ ਕਰਨ ਦਾ ਵਾਅਦਾ ਕੀਤਾ, ਲੋਕਾਂ ਦੇ ਨਾਲ ਠੱਗੀ ਕਰਕੇ ਚਲੇ ਗਏ। ਵੇਖੋ ਗੱਲ ਇਸ ਤਰ੍ਹਾਂ, ਆਪਾਂ ਇਹਨਾਂ ਤੋਂ ਸ਼ੁਰੂ ਕਰ ਲੈਂਦੇ ਜੀ। ਜਦੋਂ ਇਹਨਾਂ ਨੇ ਮੈਨੀਫੈਸਟੋ ਦਿੱਤਾ ਸੀ ਤਾਂ ਬਾਦਲ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ 1000 ਰੁਪਈਆ ਮੰਥਲੀ ਭੱਤਾ ਦਿੱਤਾ ਜਾਊਗਾ। ਦਿੱਤਾ ਕਿਸੇ ਨੂੰ ਇੱਕ ਨੂੰ ਵੀ, ਸਹੁੰ ਖਾ ਕੇ ਦੱਸ ਦੇਣ। ਔਰ ਦੂਸਰਾ ਜਿਹੜੇ ਨੌਕਰੀਆਂ ਦੀ ਗੱਲ ਕਰਦੇ ਆ, ਤੇ ਨੌਕਰੀਆਂ ਇਹਨਾਂ ਨੇ ਇਹ ਦਿੱਤੀਆਂ ਕਿ ਆਹ ਜਿਹੜੀ ਸਮੈਕ ਇਹਨਾਂ ਦੀ ਦੇਣ ਆ ਪੰਜਾਬ ਨੂੰ। ਔਰ ਸਮੈਕ ਮੈਂ ਜੋ ਸੁਣਿਆ ਹੈ ਔਰ ਮੈਨੂੰ ਇਹ ਤੱਥ ਹੈ ਦੱਸਦੇ ਆ ਕਿ ਵੀ 10 ਪੁੜੀਆਂ ਨੌਜਵਾਨ ਮੁੰਡੇ ਨੂੰ ਦਿੰਦੇ ਸੀ, ਕਹਿੰਦੇ ਸੀ 9 ਵੇਚ ਕੇ ਸਾਨੂੰ ਪੈਸੇ ਦੇ ਦੀ, ਇੱਕ ਜਿਹੜੀ ਹੈ ਤੂੰ ਆਪ ਲੈ ਲੈ। ਕੌਣ ਕਹਿੰਦਾ ਸੀ? ਇਹ ਜਿਹੜੇ ਇਹਨਾਂ ਦੇ ਵਰਕਰ ਜਿਹੜੇ ਜਿਨ੍ਹਾਂ ਦੇ ਰਾਹੀਂ ਇਹ ਆ ਕੇ ਤੇ ਵਿਕਦੀ ਸੀ। ਕਿਹਨਾਂ ਦੇ ਵਰਕਰ? ਅਕਾਲੀ ਦਲ ਦੇ। ਬਿਲਕੁਲ ਜੀ, ਇਹਨਾਂ ਦੀ ਦੇਣ ਹੈ। ਔਰ ਅੱਜ ਵੀ ਜਿਹੜੇ ਕੇਸ ਪਏ ਨੇ ਹਾਈ ਕੋਰਟ ਦੇ ਵਿੱਚ, ਉਹ ਖੋਲ੍ਹ ਲੈਣ ਤੇ ਪਤਾ ਲੱਗ ਜੂਗਾ ਕੌਣ ਕਹਿੰਦੇ ਸੀਗੇ। ਬਿਲਕੁਲ ਜੱਗ ਜ਼ਾਹਰ ਹੋ ਜੂਗਾ ਜੀ। ਕਾਂਗਰਸ ਨੇ ਆਣ ਕੇ ਕਿੰਨਾ ਕੁ ਸਜ਼ਾ ਦੇ ਦਿੱਤੀ, ਕਾਂਗਰਸ ਨੇ ਆਣ ਕੇ ਕਿੰਨੀ ਕੁ ਸਖਤਾਈ ਕਰਤੀ ਉਹਨਾਂ ਵਿਅਕਤੀਆਂ, ਜੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੁੰਦਾ ਸੀਗਾ ਤਾਂ ਕਿੰਨੀ ਕੁ ਨੱਥ ਪਾ ਦਿੱਤੀ? ਦੇਖੋ, ਜੇ ਤੁਸੀਂ ਅੰਕੜੇ ਦੇਖੋ ਨਾ ਜੀ, ਕਿ ਸਮੈਕ ਉਹਨਾਂ ਦੇ ਵੇਲੇ ਵਿਕਦੀ ਰਹੀ ਆ, ਹੁਣ ਕਿੰਨੀ ਫੜੀ ਗਈ ਹੈ। ਕੈਪਟਨ ਸਾਹਿਬ ਦੀ ਸਰਕਾਰ ਨੇ ਕਿੰਨੀ ਸਮੈਕ ਜਿਹੜੀ ਆ ਉਹਦੀ ਰਿਕਵਰੀ ਕੀਤੀ ਆ। ਤੁਹਾਨੂੰ ਕੰਪੈਰੇਟਿਵਲੀ ਪਤਾ ਲੱਗ ਜੂਗਾ ਵੀ ਉਹ ਕੋਈ ਕਸਰ ਛੱਡੀ ਨਹੀਂ। ਔਰ ਕੈਪਟਨ ਸਾਹਿਬ ਨੇ ਜਦੋਂ ਉੱਥੇ ਕਿਹਾ ਸੀ ਕਿ ਵੀ ਮੈਂ ਨਸ਼ੇ ਨੂੰ ਨੱਥ ਪਾਊਂਗਾ, ਨਾ ਕਿ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ। ਲੱਕ ਕਾਫੀ ਹੱਦ ਤੱਕ ਟੁੱਟ ਗਿਆ, ਜਿਹੜਾ ਵੱਡੇ ਲੈਵਲ 'ਤੇ ਸਾਡੇ ਹਲਕੇ 'ਚੋਂ ਕਿੰਨਾ ਉਦੋਂ ਆਉਂਦਾ ਰਿਹਾ, ਹੁਣ ਨਹੀਂ। ਬਿਲਕੁਲ ਮੈਂ ਕੱਲ੍ਹ ਵੀ SHO ਸਾਹਿਬ ਨਾਲ ਗੱਲ ਹੋਣ ਡਈ ਸੀ, ਫਰਕ ਆ, ਬਹੁਤ ਜ਼ਿਆਦਾ ਫਰਕ ਆ, ਬਹੁਤ ਵੱਡੇ ਲੈਵਲ 'ਤੇ ਇਹਦੇ 'ਚ ਰੁਕਾਵਟ ਤਾਂ ਪਈ ਆ। ਪਰ ਕਿਸੇ ਚੀਜ਼ ਦਾ ਜਿਹੜਾ ਬੀਜ ਨਾਸ਼ ਕਰਨਾ, ਉਹਨੂੰ ਫਿਰ ਸਟਿਲ ਇਟ ਵਿਲ ਟੇਕ ਟਾਈਮ। ਔਰ ਜਿੱਥੋਂ ਤੱਕ ਨੌਜਵਾਨਾਂ ਦਾ ਸਵਾਲ ਹੈ, ਵੇਖੋ ਨੌਜਵਾਨਾਂ ਨੂੰ ਜਿੰਨੇ ਫਾਰਮ ਭਰ ਦਈਦੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਹੁੰਦੀਆਂ। ਬਟ ਹੀ ਸਰਕਾਰ ਵਾਅਦੇ ਕਿਉਂ ਕਰਦੀ ਡੀਸੀ ਸਾਹਿਬ? ਨਹੀਂ, ਮੈਂ ਇੱਕ ਗੱਲ ਕਰਦਾ, ਵਾਅਦੇ ਇਹ ਕਰਦੀ ਆ ਵੀ ਵੀ ਵਿਲ ਸਟਾਰਟ ਦਿਸ ਪ੍ਰੋਸੈਸ ਔਰ ਸਲੋਲੀ ਐਂਡ ਗ੍ਰੈਜੂਅਲੀ। ਜੇ ਅੱਜ ਸਰਕਾਰੀ ਨੌਕਰੀ ਹਰ ਬੰਦਾ ਮੰਗਦਾ ਹੈ, ਅੱਜ ਆਪਾਂ ਜਿੰਨੇ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਨੌਕਰ ਨੇ, ਥੱਲੇ ਤੋਂ ਲੈ ਕੇ IAS ਅਫਸਰ ਤੱਕ, PM ਤੋਂ ਲੈ ਕੇ, ਉਹ ਸਾਰੇ ਵੀ ਕੱਢ ਦਈਏ ਤੇ ਜਿੰਨੇ ਬੇਰੁਜ਼ਗਾਰ ਤਾਂ ਵੀ ਐਡਜਸਟ ਨਹੀਂ ਹੁੰਦੇ। ਮਤਲਬ ਜੇ ਆਪਾਂ ਸਾਰਿਆਂ ਨੂੰ ਕੱਢ ਕੇ ਆਖੀਏ ਵੀ ਤੁਹਾਨੂੰ ਕੱਢ ਕੇ ਤਾਂ ਨਵੀਆਂ ਦੇਣੀਆਂ, ਲੇਕਿਨ ਗੌਰਮੈਂਟ ਇਜ਼ ਟ੍ਰਾਇੰਗ ਇਟਸ ਲੈਵਲ ਬੈਸਟ। ਆ ਪੁਲਿਸ ਦੀਆਂ ਭਰਤੀਆਂ ਆ ਰਹੀਆਂ ਨੇ, ਹੁਣ ਸਰਕਾਰੀ ਟੀਚਰਾਂ ਦੀਆਂ, ETT ਵਾਲਿਆਂ ਦੀਆਂ ਆ ਰਹੀਆਂ ਨੇ, ਪਿੱਛੇ ਪਟਵਾਰੀਆਂ ਦੀਆਂ ਕੱਢੀਆਂ ਨੇ। ਦੂਜਾ, ਔਰ ਪਹਿਲੋਂ ਵੀ ਪ੍ਰਾਈਵੇਟ ਅਦਾਰੇ ਦੇ ਨਾਲ ਕੈਪਟਨ ਸਾਹਿਬ ਨੇ ਮਿਲ ਕੇ
ਤੇ ਐਮਪਲੋਇਮੈਂਟ ਮੇਲੇ ਲੱਗੇ ਨੇ, ਉਹਦੇ ਵਿੱਚ ਕਾਫੀ ਲੋਕਾਂ ਨੂੰ ਐਡਜਸਟ ਕੀਤਾ ਗਿਆ ਯੂਨੀਵਰਸਿਟੀਆਂ ਤੋਂ ਸੱਦ ਕੇ। ਦੂਜਾ ਐ ਨਹੀਂ ਕਿ ਚੁੱਪ ਕਰਕੇ ਜਾਂ ਕੈਪਟਨ ਸਾਹਿਬ ਸੋਏ ਪੜੇ ਨੇ, ਬਹੁਤ ਜ਼ਿਆਦਾ ਉਹਦੇ 'ਚ ਹੈਗਾ ਕਿ ਵੀ ਅਸੀਂ ਕੁਝ ਕਰਕੇ ਵਿਖਾਈਏ ਜੋ ਕਿਹਾ ਹੈ, ਤੇ ਉਹ ਕਰ ਵੀ ਰਹੇ ਨੇ। ਲੇਕਿਨ ਪਤਾ ਨਹੀਂ ਲੱਗਦਾ, ਮਤਲਬ ਨਾ ਉਹ ਜਦੋਂ ਬਹੁਤ ਵੱਡਾ ਓਸ਼ਨ ਹੈ ਨਾ, ਤਾਂ ਉਹਦੇ 'ਚੋਂ ਚੁਲੀ ਭਰਿਆ, ਬੁੱਕ ਭਰਿਆ ਜਾਂ ਬਾਲਟੀ ਭਰਿਆ ਨਹੀਂ ਪਤਾ ਲੱਗਦਾ। ਸਭ ਪਿਛਲੇ ਦਿਨੀ ਨਾ ਤੁਹਾਡੇ ਹਲਕੇ ਦੇ ਵਿੱਚ ਅਟਾਰੀ ਦੇ ਵਿੱਚ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ ਸੀ, ਤਾਂ ਖਾਸ ਕਰਕੇ ਬਿਕਰਮਜੀਤ ਮਜੀਠੀਆ ਵੱਲੋਂ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕਹਿੰਦੇ ਤਰਸੇਮ ਸਿੰਘ ਡੀਸੀ ਜਦੋਂ ਵੀ ਕਿਸੇ ਵਰਕਰ ਦੇ ਘਰ ਜਾਂਦੇ ਨੇ, ਸਭ ਤੋਂ ਪਹਿਲਾਂ ਤੇ ਉਹ ਵੱਡੀ ਸਪੈਸ਼ਲ ਬੋਤਲ ਜਿਹਨੂੰ ਪੀਟਰ ਸਕਾਟ ਕਿਹਾ ਜਾਂਦਾ, ਤਾਂ ਪੀਟਰ ਸਕਾਟ ਦੀ ਬੋਤਲ ਮੰਗਦੇ ਨੇ ਵੀ ਸਭ ਤੋਂ ਪਹਿਲਾਂ ਮੇਰੇ ਕਾਊਂਟਰ ਤੇ ਪੀਟਰ ਸਕਾਟ ਦੀ ਬੋਤਲ ਹੋਣੀ, ਤੇ ਫਿਰ ਰੱਜ ਕੇ ਵਿਆਹ ਵੇਖ ਕੇ ਜਾਂਦੇ ਨੇ। ਕਿੰਨੀ ਕੁ ਸੱਚਾਈ ਆ? ਨਹੀਂ, ਬਿਲਕੁਲ ਇਹ ਤੇ ਝੂਠੋ ਝੂਠ ਹੈ। ਜਿਵੇਂ ਉਹਨਾਂ ਦਾ ਕੰਮ ਹੈ ਨਾ ਵੀ ਉਹ ਤੇ ਗੱਪਾਂ ਤੇ ਝੂਠ ਇਹਦੇ ਸਾਰੇ ਹੀ ਜੀਂਦੇ ਆ। ਮੈਨੂੰ ਤੇ ਇਸ ਬੋਤਲ ਦੇ ਨਾਂ ਦਾ ਵੀ ਨਹੀਂ ਪਤਾ ਜਿਹੜੀ ਇਹ ਕਹਿਣ ਡਿਆ, ਜਾਂ ਤੇ ਪੀਂਦੇ ਆਪ ਹੋਣੇ ਇਹਦੇ ਨਾਲ ਦੀ ਐ, ਤੇ ਗਲਾਸ ਦੇ ਉੱਤੇ ਦੱਸਦੇ ਆ ਮੈਨੂੰ ਕਿ ਵੀ ਲੋਕ ਇਹ ਮਜੀਠੀ ਵਰਗੇ ਤੇ ਹੋਰ ਇਹਨਾਂ ਦੇ ਸਾਰੇ ਵਰਕਰ ਉੱਤੇ ਕਾਗਜ਼ ਰੱਖ ਕੇ ਪੀਂਦੇ ਆ, ਤੇ ਇਹਨਾਂ ਨੂੰ ਪਤਾ ਹੋਊਗਾ। ਮੈਂ ਤੇ ਦਾਰੂ ਕਦੀ ਪੀਤੀ ਨਹੀਂ, ਤਾਂ ਵਿਆਹ ਤੇ ਬਿਲਕੁਲ ਮੈਂ ਕਦੀ ਹੱਥ ਹੀ ਨਹੀਂ ਲਾਉਂਦਾ ਕਦੀ ਸ਼ਰਾਬ। ਉਹ ਤਾਂ ਪੰਥਕ ਪਾਰਟੀ ਆ, ਕਿਵੇਂ ਪੀ ਸਕਦੇ ਬਿਕਰਮਜੀਤ ਮਜੀਠੀਆ? ਆ ਜਿਹੜੀ SGPC ਦੀਆਂ ਚੋਣਾਂ ਹੁੰਦੀਆਂ ਤੇ ਗੱਡੀਆਂ ਲਈ ਫਿਰਦੇ ਨੇ, ਸ਼ਰਾਬ ਵੰਡਦੇ, ਉਹ ਇਹ ਅਕਾਲੀ ਦਲ ਵਾਲੇ ਵੰਡਦੇ ਆ, ਇਹਨਾਂ ਦੀਆਂ ਗੱਡੀਆਂ 'ਚ ਹੀ ਹੁੰਦੀ ਆ। ਸਾਡੇ ਇੱਥੋਂ ਹਲਕੇ ਤੋਂ ਇਹਦਾ ਮੁੰਡਾ ਵੀ ਬਣਿਆ ਸੀ, ਉਹ ਖਾਪੜ ਖੇੜੀ ਵੀ ਬਣਿਆ ਸੀ, ਨਹੀਂ ਵੰਡੀ ਇਹਨਾਂ ਨੇ, ਦੱਸ ਦੇਣ ਸਾਹਮਣੇ। ਡੀਸੀ ਸਾਹਿਬ, ਤੁਹਾਡੇ ਹਲਕੇ 'ਚ ਨਾ ਪਿਛਲੇ ਦਿਨੀ ਮੈਂ ਕਵਰੇਜ ਕਰਨ ਗਿਆ ਸੀ ਬਾਰਡਰ ਤੇ, ਖਾਸ ਕਰਕੇ ਤੁਹਾਡੇ ਉੱਥੇ ਕੁੱਲੀਆਂ ਨੂੰ ਕਾਫੀ ਸਮੱਸਿਆ ਆ ਰਹੀ ਆ। ਜਦੋਂ ਦਾ ਵੀ ਬਾਰਡਰ ਬੰਦ ਹੋਇਆ, ਵਪਾਰ ਬੰਦ ਹੋਇਆ, ਤਾਂ ਕੁੱਲੀ ਉੱਥੇ ਬੇਰੁਜ਼ਗਾਰ ਹੋ ਗਏ ਨੇ, ਦੁਕਾਨਾਂ ਵਾਲੇ, ਟਰਾਂਸਪੋਰਟ ਵਾਲੇ ਬੇਰੁਜ਼ਗਾਰ ਹੋਣਗੇ, ਖਾਸ ਕਰਕੇ ਤੁਹਾਡੇ ਹਲਕੇ ਦੇ ਨਹੀਂ ਲੋਕ। ਤਾਂ ਕੀ ਤੁਸੀਂ ਉਸ ਨੂੰ ਲੈ ਕੇ ਕਦੀ ਕੇਂਦਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਕਦੀ ਕੋਈ ਮੰਗ ਕੀਤੀ ਹੈ ਕਿ ਇਹ ਲੋਕ ਬੇਰੁਜ਼ਗਾਰ ਹੋ ਗਏ ਨੇ, ਲੋਕਾਂ ਦੇ ਚੁੱਲ੍ਹੇ ਬੰਦ ਹੋ ਗਏ ਨੇ? ਨਹੀਂ, ਇਹ ਤੇ ਬਹੁਤ ਹੀ ਵੱਡੀ ਸਮੱਸਿਆ ਜੀ, ਔਰ ਇਹਨੂੰ ਤੇ ਅੱਖਾਂ ਤੋਂ ਪਰੋਖੇ ਕੀਤਾ ਹੀ ਨਹੀਂ ਜਾ ਸਕਦਾ। ਅਸੀਂ CM ਸਾਹਿਬ ਨੇ, ਵੇਖੋ ਸਾਡੀ ਡਾਇਰੈਕਟ ਜਿਹੜੀ ਆ ਉਹ ਗੱਲਬਾਤ ਸੈਂਟਰ ਗਵਰਨਮੈਂਟ ਨਾਲ ਨਹੀਂ ਹੁੰਦੀ। ਅਸੀਂ ਆਪਣੇ CM ਸਾਹਿਬ ਨਾਲ ਗੱਲ ਕਰਦੇ ਹਾਂ, ਆਪਣੇ MP ਸਾਹਿਬ ਨਾਲ ਗੱਲ ਕਰਦੇ ਹਾਂ, ਔਰ ਇਹਨਾਂ ਦੇ ਸਾਰਿਆਂ ਦੇ ਜਿਹੜੀ ਪ੍ਰੋਬਲਮਸ ਆ, ਕੁੱਲੀ 1600 ਕੁੱਲੀ ਆ ਬੇਰੁਜ਼ਗਾਰ ਬੈਠਾ ਹੈ, ਚੁੱਲ੍ਹੇ ਠੰਡੇ ਹੋ ਗਏ। ਜਿੰਨੇ ਟਰਾਂਸਪੋਰਟਰ ਸੀ, ਲੋਕਾਂ ਨੇ ਗੱਡੀਆਂ ਲਈਆਂ ਲੋਨ ਦੇ ਉੱਤੇ, 80% ਦੀਆਂ ਵਿਕ ਗਈਆਂ ਕਿਉਂਕਿ ਕੰਮ ਹੈ ਨਹੀਂਗਾ। ਜਿਹੜੇ ਬਿਜ਼ਨਸਮੈਨ ਸੀ ਇੱਥੋਂ ਬਾਹਰ ਕਰਦੇ ਜਾਂ ਬਾਹਰਲੇ ਇੱਥੇ, ਉਹਨਾਂ ਦਾ ਪੈਸਾ ਡੁੱਬ ਗਿਆ, ਜਿੱਥੇ ਹੈਗਾ ਸੀ ਉੱਥੇ ਹੀ। ਜਿੰਨੇ ਦੁਕਾਨਦਾਰ ਸੀ, ਜਦੋਂ ਆ ਚੱਲਦਾ ਸੀ ਆਪਣਾ ਸ਼ੋਅ, ਆਪਣਾ ਇਹ ਰੀਟਰੀਟ ਸੈਰੇਮਨੀ, ਬਹੁਤ ਜ਼ਿਆਦਾ ਦੁਕਾਨਾਂ ਚੱਲਦੀਆਂ ਸੀ ਤੇ ਵਧੀਆ ਸੀ। ਜਿੱਥੋਂ ਤੱਕ ਇਹਨਾਂ ਦਾ ਇੰਡੀਵਿਜੂਅਲੀ ਆ, ਦੁਕਾਨਾਂ ਵਾਲਿਆਂ ਨੂੰ ਮੈਂ ਲੈ ਕੇ ਲੋਕਲ ਲੈਵਲ ਤੇ, ਕਿਉਂਕਿ ਉਹਨਾਂ ਦੀਆਂ ਬੰਦ ਕਰਾਤੀਆਂ, ਮੈਂ ਉਹਨਾਂ ਨੂੰ DIG ਬਾਰਡਰ ਰੇਂਜ ਜਿਹੜਾ ਇਹਨਾਂ ਦਾ BSF ਦਾ 3-4 ਵਾਰੀ ਘੱਟੋ ਘੱਟ ਬੰਦਿਆਂ ਨੂੰ ਲੈ ਕੇ ਉੱਥੇ ਗਿਆ। ਮੈਂ ਕਿਹਾ ਇਹਨਾਂ ਨੂੰ ਸ਼ੁਰੂ ਕਰਨ ਦਿਓ। ਉਹਨਾਂ ਦੀ ਥੋੜ੍ਹੀ ਜਿਹੀ ਆਪਣੀ ਪ੍ਰੋਬਲਮ ਹੁੰਦੀ ਹੈ ਫੋਰਸਿਸ ਦੀ, ਉਹ ਦੇ ਸੈਡ ਕੇ ਵੀ ਇਹ ਲਿਖ ਕੇ ਦੇ ਦੇਣ ਵੀ ਕੋਈ ਵੀ ਅਨਸਖਾਵੀ ਘਟਨਾ ਵਾਪਰੀ ਤੇ ਦੇ ਵਿਲ ਵੀ ਰਿਸਪੌਂਸੀਬਲ। ਮੈਂ ਕਿਹਾ ਜੀ ਉਹ ਤਾਂ ਮੁਸ਼ਕਿਲ ਹੈ, ਕਿਉਂ ਕੋਈ ਆ ਕੇ ਕਰ ਗਿਆ, ਵਿਚਾਰੇ ਗਰੀਬ ਮਾਰੇ ਜਾਣਗੇ। ਸੋ ਉਹ ਪ੍ਰੋਬਲਮਸ ਤਾਂ ਬੜੀਆਂ ਹੀ ਕਿਊਟ ਨੇ ਉਹ ਸਾਰੀਆਂ ਜੀ। ਲੇਕਿਨ ਅਸੀਂ ਆਪਣੇ CM ਸਾਹਿਬ ਨਾਲ, ਆਪਣੇ MP ਸਾਹਿਬ ਨਾਲ, ਜਿਹੜੇ ਇੱਥੋਂ ਦੇ ਔਜਲਾ ਸਾਹਿਬ ਨੇ, ਉਹਨਾਂ ਨਾਲ ਗੱਲ ਕਰੀਦੀ ਆ ਵੀ ਇਹਨੂੰ ਕਿਸ ਤਰ੍ਹਾਂ ਹੱਲ ਕਰੀਏ। ਪਰ ਸਾਡੇ ਹੱਥ 'ਚ ਕੁਝ ਨਹੀਂ, ਕਿਉਂਕਿ ਸੈਂਟਰ ਗਵਰਨਮੈਂਟ ਨੇ ਆਰਮਡ ਫੋਰਸਿਸ ਦੇ ਡੋਂਟ ਲਿਸਨ। ਉਹਨਾਂ ਨੂੰ ਆਪਣਾ ਜੇ ਇੰਸੀਡੈਂਟ ਕੋਈ ਚਾਈਨਾ 'ਚ ਹੋ ਗਿਆ ਜਾਂ ਇੱਥੇ ਬਾਰਡਰ 'ਤੇ ਹੋ ਗਿਆ, ਬਹੁਤ ਹੋਏ ਨੇ, ਤੇ ਉਹਦਾ ਕਰਕੇ ਫਿਰ ਇਹ ਚਾਲੂ ਨਹੀਂ ਕਰ ਰਹੇ। ਬਾਰਡਰ ਦੀ ਹੀ ਗੱਲ ਕਰਾਂਗੇ, ਜੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਕਾਫੀ ਪਿਛਲੇ ਬੰਨੀ ਸਰਗਰਮ ਸੀਗਾ ਜਦੋਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਸੀਗਾ, ਤਾਂ ਅੱਜ ਕੱਲ੍ਹ ਜੇ ਗੱਲ ਕਰੀਏ ਭਾਰਤ ਸਰਕਾਰ ਨੇ ਜਿਹੜਾ ਕੋਰੀਡੋਰ ਇੱਧਰਲੀ ਸਾਈਡ ਤੋਂ ਬੰਦ ਕੀਤਾ ਹੋਇਆ, ਤਾਂ ਪਾਕਿਸਤਾਨ ਵਾਲੀ ਸਾਈਡ ਤੋਂ ਖੁੱਲ੍ਹਾ। ਕਿਵੇਂ ਵੇਖਦੇ ਹੋ ਜਿਹੜੀ ਭਾਰਤ ਸਰਕਾਰ ਦੀ ਵਜ੍ਹਾ? ਉਹ ਤਾਂ ਖੁੱਲ੍ਹਣਾ ਚਾਹੀਦਾ ਜੀ ਬਾਰਡਰ। ਤਾਂ ਅਸੀਂ ਵੀ ਗਏ ਸੀ ਉਦੋਂ ਕੈਪਟਨ ਸਾਹਿਬ ਦੇ ਨਾਲ। ਬਾਰਡਰ ਤਾਂ ਖੁੱਲ੍ਹਣਾ ਚਾਹੀਦਾ ਹੈ, ਲੇਕਿਨ ਟੇਕਿੰਗ ਆਲ ਅਦਰ ਪ੍ਰੀਕਾਸ਼ਨਸ ਐਜ਼ ਵੈਲ, ਕਿਉਂਕਿ ਉਹ ਆਪਾਂ ਵੱਲੋਂ ਤਾਂ ਕੁਛ ਨਹੀਂ ਹੁੰਦਾ। ਉਹ ਜਿਹੜਾ ਪਾਕਿਸਤਾਨ ਹੈ ਉਹ ਟਲਦਾ ਨਹੀਂ ਮਿਸਚੀਫ ਕਰਨ ਤੋਂ। ਸੋ ਉਹਨੂੰ ਧਿਆਨ 'ਚ ਰੱਖ ਕੇ ਬਾਰਡਰ ਤਾਂ ਖੁੱਲ੍ਹਣਾ ਚਾਹੀਦਾ। ਕੋਰੀਡੋਰ ਦੀ ਖਾਸ ਕਰਕੇ ਗੱਲ ਕੀਤੀ ਹੈ ਜੀ, ਚਲੋ ਬਾਰਡਰ ਤਾਂ ਆਪਣੀ ਸਰਕਾਰ ਵੇਖੇ ਕਿਵੇਂ ਕੋਰੀਡੋਰ ਜਿਹੜਾ ਵਾ ਖੁੱਲ੍ਹਣਾ ਚਾਹੀਦਾ। ਮੈਂ ਪਰਸਨਲੀ ਫੀਲ ਕਰਦਾ ਹਾਂ ਕਿਉਂਕਿ ਸਿੱਖਾਂ ਦੀਆਂ ਭਾਵਨਾ ਜੁੜੀਆਂ ਨੇ ਕਿਤੇ ਨਾ ਕਿਤੇ, ਪਰ ਕੇਂਦਰ ਸਰਕਾਰ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਲੱਗਦਾ ਖੁੱਲ੍ਹਣਾ ਨਹੀਂ ਚਾਹ ਰਹੀ। ਨਾਟ ਓਨਲੀ ਆਫ ਪੰਜਾਬ, ਸਾਰੀ ਦੁਨੀਆ ਦੇ ਜਿਹੜੇ ਸਿੱਖ ਨੇ ਉਹਨਾਂ ਦੀਆਂ ਜੁੜੀਆਂ ਨੇ, ਔਰ ਇਹ ਖੁੱਲ੍ਹਣਾ ਚਾਹੀਦਾ। ਕਿਤੇ ਮਸਾਂ ਤੇ ਮੌਕਾ ਮਿਲਿਆ, ਕਿਤੇ ਅਰਦਾਸਾਂ ਕਰਦਿਆਂ ਨੂੰ 70 ਸਾਲ ਲੰਘ ਗਏ ਵੀ ਸਾਨੂੰ ਇਹਨਾਂ ਦੀ ਸਾਂਭ ਸੰਭਾਲ ਤੇ ਉਹਦੇ ਉੱਥੇ ਜਾਣ ਦੀ ਇਜਾਜ਼ਤ ਦਿਓ, ਖੁੱਲ੍ਹੇ ਦਰਸ਼ਨ ਦਿਦਾਰੇ। ਉਹ ਖੁੱਲ੍ਹਣਾ ਚਾਹੀਦਾ ਜੀ। ਸਾਰੇ ਸਿੱਖ ਕਮਿਊਨਿਟੀ ਨਹੀਂ, ਜਿਹੜੇ ਪੰਜਾਬੀ ਸਾਰੇ ਨੇ ਤਕਰੀਬਨ, ਉਹ ਚਾਹੁੰਦੇ ਨੇ ਵੀ ਇਹ ਖੁੱਲ੍ਹੇ ਤੇ ਦਰਸ਼ਨ ਕਰਕੇ ਆਈਏ। ਡੀਸੀ ਸਾਹਿਬ, ਜੇ ਗੱਲ ਕਰੀਏ ਕਿ ਜਿਹੜੀ ਹੈਗੀ ਆ ਅਕਾਲੀ ਦਲ, ਉਹ ਖਾਸ ਕਰਕੇ ਤੁਹਾਨੂੰ ਟਾਰਗੇਟ ਕਰ ਰਿਹਾ ਹੈ ਕਿ ਇਹਨਾਂ ਨੇ ਜਿਹੜੀਆਂ ਫੈਕਟਰੀਆਂ ਖੋਲ੍ਹੀਆਂ ਹੋਈਆਂ, ਪਿੰਡਾਂ ਦੇ ਵਿੱਚ ਵਿਕਾਸ ਹੋ ਰਿਹਾ, ਟਾਈਲਾਂ ਦੀਆਂ ਫੈਕਟਰੀਆਂ ਖੋਲ੍ਹੀਆਂ, 5 ਰੁਪਏ ਦੀ ਟਾਈਲ ਪਈਦੀ ਆ ਤੇ 15-16 ਰੁਪਏ ਦੇ ਵਿੱਚ ਪਿੰਡਾਂ ਦੀ ਟਾਈਲ ਲਗਾ ਰਿਹਾ। ਆਪਣੇ ਆਪ ਨੂੰ ਇਹਨਾਂ ਕਾਫੀ ਮਜ਼ਬੂਤ ਕਰ ਲਿਆ, ਪਰ ਵਰਕਰ ਮਜ਼ਬੂਤ ਹੋਵੇ ਨਾ ਹੋਵੇ। ਬਿਲਕੁਲ ਗਲਤ ਹੈ ਜੀ, ਸਰਾਸਰ ਗਲਤ ਹੈ। ਨਾ ਤੇ ਸਾਡੇ ਕੋਈ ਫੈਕਟਰੀ ਦਾ, ਨਾ ਮੈਨੂੰ ਰੇਟਸ ਦਾ ਹੀ ਪਤਾ। ਬਿਕਰਮਜੀਤ ਮਜੀਠੀਆ ਦਾ ਕਹਿਣਾ ਹੈ ਜੀ, ਬਿਲਕੁਲ ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਤਾਂ ਉਹੀ ਆਪਣਾ ਹੀ ਪਤਾ ਹੈ ਜੀ, ਆਪਣਾ ਉਹਨਾਂ ਨੂੰ ਪਤਾ ਹੈ
ਮੈਂ ਤੁਹਾਨੂੰ ਦੱਸਦਾ, ਜੇ ਇਹ ਇਸ ਹਿਸਾਬ ਨਾਲ ਵਿਕਦੀਆਂ ਹੋਣ ਤੇ ਇਸ ਹਿਸਾਬ ਨਾਲ ਲੱਗਦੀਆਂ ਹੋਣ, ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਜਾ ਕੇ ਹਲਕਾ ਟਾਰੀ 'ਚ, ਖਾਸ ਕਰਕੇ ਟਾਰੀ ਬਲਾਕ ਦੇ ਵਿੱਚ ਪਤਾ ਕਰੋ। ਔਰ ਮੈਂ ਜਦੋਂ ਸਹੁੰ ਚੁੱਕ ਸਮਾਗਮ ਸੀਗਾ ਸਾਡਾ 24 ਮਾਰਚ ਨੂੰ ਸੀ, 20 ਅਪ੍ਰੈਲ ਨੂੰ ਆਉਂਦਿਆਂ ਹੀ ਮੈਂ ਪਰਚਾ ਦਰਜ ਕਰਾਇਆ ਸੀ। ਉਸ ਵੇਲੇ ਦਾ ਜਿਹੜਾ ਰਣੀਕੇ ਨੇ ਉਹ ਸੈਕਟਰੀ ਸੀਗਾ, ਉਹਨੂੰ ਵੀਡੀਓ ਬਣਾ ਰੱਖਿਆ ਸੀ। ਉਹ ਵੀਡੀਓ ਜਤਿੰਦਰ ਸੀਗਾ, ਉਹਨੂੰ, ਉਹਦੇ ਸੈਕਟਰੀਆਂ ਨੂੰ, ਦੋਵਾਂ ਨੂੰ, 8-10 ਦੇ ਸਰਪੰਚ ਸੀ, ਸਾਰੇ ਹੀ ਅੰਦਰ ਘਲਾਇਆ ਜੀ। 2.5 ਸਾਲਾਂ ਬਾਅਦ ਜ਼ਮਾਨਤ ਹੋਈ ਆ। ਆਉਂਦੇ 20 ਤਰੀਕ ਨੂੰ ਪਰਚਾ ਦਰਜ ਕਰਾ ਕੇ ਕਰਾਤਾ ਹੈ। ਜੇ ਉੱਥੇ ਕੰਮ ਸਹੀ ਹੋਇਆ ਸੀ ਤੇ ਫਿਰ ਉਹ ਸਾਰੇ ਜੇਲ੍ਹ ਕਿਉਂ ਭੁਗਤ ਕੇ ਆਏ, ਇਹ ਵੀ ਚੱਲਦੇ ਕੇਸ। ਸੋ ਮੇਰਾ ਕਹਿਣ ਤੋਂ ਭਾਵ ਆ, ਤੁਸੀਂ ਕਿਸੇ ਪਿੰਡ 'ਚ ਜਾਓ, ਜੇ ਭਾਵੇਂ ਕਾਲੀ ਨੂੰ ਪੁੱਛ ਲਓ, ਕਹਿੰਦਾ ਵੀ ਇਹ 50 ਸਾਲਾਂ 'ਚ ਇੰਨਾ ਕੰਮ ਨਹੀਂ ਹੋਇਆ ਜਿੰਨਾ ਇਹਨਾਂ 10 ਸਾਲਾਂ 'ਚ ਹੋ ਗਿਆ। ਇਹਨਾਂ ਨੇ ਕੀ ਕਰਨਾ ਜੀ? ਇਹਨਾਂ ਦੀ ਵਿਜ਼ਨ ਹੀ ਨਹੀਂ ਗਾ। ਰਣੀਕੇ ਦਾ ਵਿਜ਼ਨ ਕਿੱਥੇ ਆ? ਵਿਜ਼ਨ ਹੋਵੇ ਤਾਂ ਬੰਦਾ ਕੰਮ ਕਰਦਾ। ਜਦੋਂ ਮੈਂ MLA ਬਣ ਕੇ ਆਇਆ ਤੇ ਮੈਂ ਜਿਹੜੀ ਉਦੋਂ ਬੋਲੀ ਪੈਲੀ ਦੀ ਹੋਈ ਸੀ, ਮੈਂ ਸਾਰੇ ਵੀਡੀਓਜ਼ ਨੂੰ ਕਿਹਾ ਵੀ 1-1 ਕਿੱਲਾ ਛਡਾਓ ਹਰ ਪਿੰਡ 'ਚ, ਉੱਥੇ ਨਿਆਣੇ ਖੇਡਣ। ਨਿਆਣਿਆਂ ਦੇ ਖੇਡਣ ਨੂੰ ਕੱਖ ਹੈ ਨਹੀਂ ਗਾ, ਲੋਕਾਂ ਦੀਆਂ ਲੱਤਾਂ ਜੁੜ ਜਾਂਦੀਆਂ ਨਿਆਣਿਆਂ ਦੀਆਂ। ਜੇ ਉਹ ਗਲੀਆਂ 'ਚ ਖੇਡਦੇ ਆ ਤੇ ਕਿਸੇ ਦਾ ਸ਼ੀਸ਼ਾ ਟੁੱਟ ਗਿਆ ਤੇ ਫਿਰ ਛੱਬੀਆਂ ਬਣਦੀਆਂ। ਉਹ 1-1 ਕਿੱਲਾ ਛਡਾਇਆ। ਦੈਨ ਆਈ ਵਾਜ ਮੈਂਬਰ ਆਫ ਦੈਟ ਤੰਦਰੁਸਤ ਪੰਜਾਬ। ਉਹਦੇ 'ਚ ਸਿੱਧੂ ਸਾਹਿਬ ਸਾਡੇ ਸਤਿਕਾਰਯੋਗ ਮੰਤਰੀ ਜਿਹੜੇ, ਉਹ ਚੇਅਰਮੈਨ ਸੀ। ਅਸੀਂ ਤੇ 4-5 MLA ਸਾਂ, 5-7 ਪ੍ਰਿੰਸੀਪਲ ਸੈਕਟਰੀ ਸੀਗੇ ਉਹਦੇ ਵਿੱਚ। ਉੱਥੇ ਮੈਂ ਇਹੋ ਮੁੱਦਾ ਉਠਾ ਕੇ ਮੈਂ ਕਿਹਾ ਉਹਨਾਂ ਨੂੰ, ਜੇ ਮੈਂ ਤੇ ਛਡਾਏ ਆ, ਇਹਨੂੰ ਰੈਗੂਲਰਾਈਜ਼ ਕਰੋ। ਉਦੋਂ ਬਾਅਦ ਜਦੋਂ ਕੈਪਟਨ ਸਾਹਿਬ ਨੇ ਪੈਸੇ ਦੇਣੇ ਸੀ, ਉਦੋਂ ਕੈਪਟਨ ਸਾਹਿਬ ਤੇ ਮਨਪ੍ਰੀਤ ਜੀ ਤੇ ਸੁਰੇਸ਼ ਜੀ, ਇਹ 3 ਜਣੇ ਸੀ ਤੇ ਅਸੀਂ ਜ਼ਿਲ੍ਹੇ ਵਾਲੇ ਸਾਂ। ਉੱਥੇ ਮੈਂ ਮਨਪ੍ਰੀਤ ਨੂੰ ਬੇਨਤੀ ਕੀਤੀ ਬਹੁਤ ਕਿ ਵੀ ਆਪਣੇ ਜਿਹੜੇ ਬੱਚੇ ਆ, ਤੰਦਰੁਸਤ ਪੰਜਾਬ ਆਪਾਂ ਰੱਖਿਆ। ਤੰਦਰੁਸਤ ਕਿਸ ਤਰ੍ਹਾਂ ਹੋਣਗੇ ਜਦੋਂ ਘਰੋਂ ਹੀ ਨਹੀਂ ਨਿਕਲਦੇ? ਉੱਥੇ ਗੋਡੇ ਜੁੜ ਜਾਂਦੇ ਇਹਨਾਂ ਦੇ। ਤੇ ਉਹ ਜਿਹੜਾ ਕਿੱਲਾ ਛੱਡਿਆ ਵੀ ਆ, ਉਹਦੇ ਨਾਲ ਵੀ ਇੰਨਾ ਫਰਕ ਨਹੀਂ ਪੈਣਾ, ਕਿਉਂਕਿ ਉੱਥੇ ਖੇਡਦੇ ਆ, ਕੋਈ ਇੱਕ ਫੁੱਟਬਾਲ ਵਾਲੀ ਟੀਮ ਆ ਗਈ, ਇੱਕ ਕ੍ਰਿਕਟ ਵਾਲੀ, ਆਪੋ ਵਿੱਚ ਭਿੜਨਗੇ। ਸਟੇਡੀਅਮ ਬਣਾਈਆਂ। ਉਹਨਾਂ ਨੇ ਕਿਹਾ ਚਲੋ 2 ਬਲਾਕ ਨੇ ਤੁਹਾਡੇ, 4-5 ਬਣਾ ਲਓ। ਫਿਰ ਮੈਂ ਬੇਨਤੀ ਕੀਤੀ, ਮੈਂ 22 ਮਨਜ਼ੂਰ ਕਰਾਏ ਜੀ। 22 ਸਟੇਡੀਅਮ ਹਲਕੇ ਦੇ ਵਿੱਚ, ਜਿਹੜੇ 11 ਅਸੀਂ ਚਾਲੂ ਕਰ ਦੇਣੇ ਸੀ। ਹੜਤਾਲ ਆ ਗਈ ਆ, 30-30 ਲੱਖ ਰੁਪਈਆ ਦਿੱਤਾ, 10-10, 15-15 ਹੋਰ ਦਿਆਂਗੇ। 4-4 ਕਿੱਲੇ ਪੰਚਾਇਤ ਦੀ ਜ਼ਮੀਨ ਲਈ ਹੈ ਜੀ ਅਫੀਸ਼ੀਅਲੀ। 4-4 ਕਿੱਲੇ ਦੇ ਵਿੱਚ ਤੁਸੀਂ ਜਾ ਕੇ ਵੇਖੋਗੇ, ਜਿਹੜੇ 11 ਚਾਲੂ ਆ, ਉਹ 'ਚ ਟੋਵਾਲ 3 ਫੁੱਟ ਦੀ ਹੋ ਕੇ ਉੱਤੇ ਐਂਗਲ ਲੱਗ ਕੇ 5 ਫੁੱਟ ਦੇ ਤੇ ਉਹ ਲਾਉਣ ਡਏ ਨੇ ਜਾਲੀ। ਬਾਕੀ ਸਮਾਨ ਵਿੱਚ ਰਖਾ ਦਿਆਂਗੇ। ਦਿਸ ਵਿਲ ਬੀ ਗਿਵ ਏ ਬੂਸਟ। ਇਹਦਾ ਸਭ ਤੋਂ ਜਿਹੜਾ ਵੱਡਾ ਇਫੈਕਟ ਹੋਊਗਾ ਉਹ ਆ ਨਸ਼ਿਆਂ ਦੇ ਪ੍ਰਤੀ। ਵੇਖੋ, ਆਪਾਂ ਇਕੱਲਾ ਬੰਦੇ ਨੂੰ ਫੜ ਕੇ 5 ਗ੍ਰਾਮ ਫੜੀ ਗਈ ਤੇ ਅੰਦਰ ਕਰ ਦਿਓ, ਉਹ ਪੱਕਾ ਹੋ ਕੇ ਨਿਕਲਦਾ ਜੇਲ੍ਹ 'ਚੋਂ। ਇਸ ਪਾਸੇ ਤੁਰੂਗਾ ਤੇ ਮੁੜ ਕੇ ਪਿੱਛਾ ਭੌਂਕੇ ਨਹੀਂ ਵੇਖੂਗਾ। ਇਹ ਮੇਰੀ ਆਪਣੀ ਰਾਏ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਸਟੇਡੀਅਮ 'ਚ, ਜਿਹੜਾ ਨੌਜਵਾਨੀ ਨੂੰ ਬਦਲਣ ਦੀ ਲੋੜ ਆ। ਹਾਂਜੀ, ਨੌਜਵਾਨੀ ਬਦਲ ਜਾਣੀ ਜੀ। ਤੁਸੀਂ ਜਿਹੜਾ ਬੰਦਾ ਇੱਕ ਵਾਰੀ ਸਟੇਡੀਅਮ 'ਚ ਜਾਂ ਜਿਮ 'ਚ ਚਲੇ ਜਾਂਦਾ, ਉਹ ਤੇ 3 ਦਿਨਾਂ ਬਾਅਦ ਆਪਣੇ ਡੋਲੇ ਵੇਖਣ ਲੱਗ ਪੈਂਦਾ। ਫਿਰ ਉਹਨੇ ਨਸ਼ਾ ਕੀ ਕਰਨਾ? ਇਟ ਵਿਲ ਹੈਵ ਟਰਮੈਂਡਸ ਇਫੈਕਟ ਔਨ ਡਰੱਗਸ। ਬਹੁਤ ਹੱਦ ਤੱਕ ਕੰਟਰੋਲ ਹੋ। ਗੁਲਜ਼ਾਰ ਸਿੰਘ ਰਣੀਕੇ ਦਾ ਕਹਿਣਾ ਹੈ ਕਿ 10 ਸਾਲ ਦੇ ਵਿੱਚ ਅਕਾਲੀ ਦਲ ਦੇ ਪੰਜਾਬ ਨੂੰ ਲੀਹਾਂ ਤੇ ਲਿਆਂਦਾ ਤੇ ਕਾਂਗਰਸ ਨੇ 4.5 ਸਾਲ ਦੇ ਵਿੱਚ ਕੱਚਿਆਂ ਤੇ ਲਾਤਾ। ਲੀਹਾਂ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ ਮੈਂ ਤਾਂ ਸਾਰੇ ਆਉਂਦੇ ਇਹਨਾਂ ਦੇ ਸਰਪੰਚ ਫੜ ਕੇ, ਜਿਹੜਾ ਹਿੱਸਾ ਪੱਤੀ ਚੱਲਦਾ ਸੀ, ਬਾਂਦਰ ਵੰਡ ਹੋ ਜਾਂਦੀ ਸੀ। ਜਿਹੜਾ ਫੰਡ ਸੀ, ਦੱਸਣ ਤਾਂ ਸਹੀ ਕਿੱਥੇ ਲੱਗਾ। ਪੈਸਾ ਗਿਆ ਹੋਊਗਾ ਪਿੰਡਾਂ ਦੇ ਵਿੱਚ ਕਰੋੜ ਇਹਨਾਂ ਦੇ ਵੇਲੇ ਵੀ, ਪਰ ਜਦੋਂ ਇੱਕ ਇੱਟ ਨਹੀਂ ਲੱਗੀ ਤੇ ਉਹਦੇ 'ਚ ਲੀਹਾਂ ਤੇ ਕੀ ਲੈ ਆਉਣਾ ਸੀ ਇਹਨਾਂ ਨੇ? ਤੇ ਲੀਹਾਂ ਤੇ ਰਹਿਣ ਹੀ ਨਾ ਦਿੱਤੀਆਂ। ਸੋ ਉਹ ਸਾਰਾ ਬਾਂਦਰ ਵੰਡ ਹੋ ਗਈ, ਇਨਕਲੂਡਿੰਗ ਦੀ ਹਾਇਰ ਅਪਸ ਤੇ ਬਾਕੀ ਸਾਰੇ ਜਿਹੜੇ ਸੀ। ਤੇ ਉਹ ਕੁਝ ਸਰਪੰਚ ਖਾ ਗਏ, ਕੁਝ ਉਹ ਨਹੀਂ। ਤੇ ਜੇ ਛੁੱਟ ਨਾ ਜਾਂਦੇ, ਜੇ 2.5 ਸਾਲ ਕਿਉਂ ਰਹੇ? ਹਾਲਾਂਕਿ ਮੁੜ ਕੇ ਮੈਂ ਇੱਕ ਇਨਕੁਆਇਰੀ ਦਾ ਵੀ ADC ਦੇ ਅਧਿਆਕਸ਼ਤਾ ਦੇ ਅੰਦਰ ਇੱਕ ਮੈਂ ਟੀਮ ਬਣਾਈ ਸੀ ਜੀ। ਉਹਦੇ 'ਚ 3-4 ਮਹਿਕਮਿਆਂ ਦੇ ਐਕਸੀਅਨ ਤੇ SDO ਲਏ ਸੀ ਸਾਰੇ। ਉਹ ਇਨਕੁਆਇਰੀ ਆਪਾਂ ਜਦੋਂ ਸ਼ੁਰੂ ਕੀਤੀ ਆ, ਮੁੜ ਕੇ 50 ਇਲੈਕਸ਼ਨਾਂ ਕਾਰਪੋਰੇਸ਼ਨ ਦੀਆਂ ਆ ਗਈਆਂ। ਉਹ ਹੌਲੀ ਇਹਨਾਂ ਕੋਲ ਆਪਣਾ ਕੰਮ ਜ਼ਿਆਦਾ ਹੁੰਦਾ। ਅਦਰਵਾਈਜ਼ ਜੇ ਉਹ ਸਾਰੇ ਕੇਸ ਜੇ ਕਿਤੇ ਹੁਣ ਵੀ ਸ਼ੁਰੂ ਕਰਕੇ ਸਿਰੇ ਲੱਗ ਜਾਣ ਤੇ ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇ, ਨਾਲੇ ਇਹਨਾਂ ਦਾ ਪਤਾ ਲੱਗ ਜੂਗਾ ਵੀ ਇਹ ਕਿੱਥੇ ਖੜੇ ਨੇ, ਕੀ ਕੀਤਾ ਇਹਨਾਂ ਨੇ। ਸਰ, ਤੁਸੀਂ ਅੱਜ ਕੱਲ੍ਹ ਮੀਟਿੰਗਾਂ 'ਚ ਕਾਫੀ ਜਾ ਰਹੇ ਹੋ ਨਵਜੋਤ ਸਿੰਘ ਸਿੱਧੂ ਹੋਣ ਦੀਆਂ। ਲੱਗਦਾ ਨਹੀਂ ਜਿਹੜੇ ਕੈਪਟਨ ਸਾਹਿਬ ਤੇ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਦੂਰੀਆਂ ਸੀ, ਉਹ ਖਤਮ ਹੋ ਗਈਆਂ ਜਾਂ ਹਾਲੇ ਤੱਕ ਹੈਗੀਆਂ ਨੇ? ਵੇਖੋ, ਡੈਟ ਆਈ ਕੈਨ ਨਾਟ ਸੇ ਕਿ ਵੀ ਉਹ ਉਹਨਾਂ ਦੀ ਦੂਰੀ ਸੀਗੀ ਵੀ ਜਾਂ ਕਿੰਨੀ ਆ ਤੇ ਕਿੰਨੀ ਰਹਿ ਗਈ ਆ। ਲੇਕਿਨ ਜਦੋਂ ਉਹ ਮਿਲਦੇ ਨੇ, ਸਾਂਝਾ ਪ੍ਰੋਗਰਾਮ, ਹੁਣ ਸਿੱਧੂ ਸਾਹਿਬ ਵੀ ਮਿਲ ਕੇ ਆਏ ਨੇ ਸੈਕਟਰੀਏਟ 'ਚ CM ਸਾਹਿਬ ਨੂੰ, ਤਾਂ ਉਹ ਮਸਲਿਆਂ ਵਾਸਤੇ ਮਿਲਦੇ ਨੇ। ਐਂਡ ਇਟ ਇਜ਼ ਅ ਕੰਬਾਈਨਡ ਐਫਰਟ। ਅਸੀਂ ਸਾਰੇ ਵੀ ਨਾਲ ਹੈ ਕਿ ਵੀ ਜੋ ਵੀ ਕਰਨਾ ਹੈ ਇਕੱਠੇ ਹੋ ਕੇ ਕਰੀਏ ਤਾਂ ਕਿ ਇਹਦਾ ਇੰਪੈਕਟ ਪਵੇ। ਅਸੀਂ ਥੱਲੇ ਤੇ ਗ੍ਰਾਸ ਰੂਟ ਲੈਵਲ ਤੇ ਫਿਰ ਅਸੀਂ ਥੱਲੇ ਤੱਕ ਹੀ ਆਉਣਾ ਨਾ ਜੀ। ਤੇ ਉਹ ਮਤਲਬ ਦੂਰੀ ਤਾਂ ਨਹੀਂ ਰੱਖਣੀ ਚਾਹੀਦੀ ਔਰ ਨਾ ਰਹਿਣੀ ਚਾਹੀਦੀ ਆ। ਜੇ ਕਿ ਨਹੀਂ ਹੈਗੀ ਦੂਰੀ, ਜੇ ਹੈ ਵੀ ਤਾਂ ਉਹ ਆਹਿਸਤਾ ਕੋਈ ਵੀ ਚੀਜ਼ ਜਿਹੜੀ ਇੱਕ ਸੱਟ ਮਾਰਨ ਨਾਲ ਤੇ ਨਹੀਂ ਖਤਮ ਹੁੰਦੀ। ਜੇ ਹੈਗੀ ਵੀ ਆ ਤੇ ਖਤਮ ਹੋ ਜਾਊਗੀ। ਵੀ ਵਿਲ ਫਾਈਟ ਦੀ ਇਲੈਕਸ਼ਨ
ਕੰਬਾਈਨਡ ਇਕੱਠੇ ਹੋ ਕੇ ਇਕਜੁੱਟ ਹੋ ਕੇ ਲੜਾਂਗੇ ਔਰ 22 ਵਾਲੀਆਂ ਇਲੈਕਸ਼ਨਸ ਕੰਧ ਤੇ ਲਿਖਿਆ ਕਿ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਊਗੀ। ਜੀ ਸਾਹਿਬ, ਲਾਸਟ ਸਵਾਲ ਹੈ। ਆਮ ਆਦਮੀ ਪੰਜਾਬ ਦੇ ਵਿੱਚ ਕਾਫੀ ਸਰਗਰਮ ਹੈ, ਦੂਜੀ ਵਾਰ ਚੋਣਾਂ ਲੜਨ ਜਾ ਰਹੀ ਹੈ, ਲੋਕਾਂ ਨੂੰ ਬਿਜਲੀ ਨੂੰ ਲੈ ਕੇ ਹੋਰ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ, ਤੁਹਾਨੂੰ ਲੱਗਦਾ ਕਿੰਨਾ ਕੁ ਅਸਰ ਪਏਗਾ ਲੋਕਾਂ ਦੇ ਇਹਨਾਂ ਚੀਜ਼ਾਂ ਦਾ? ਲੋਕਾਂ ਨੂੰ ਮੋਟੀਵੇਟ ਤੇ ਲੋਕਾਂ ਨੂੰ ਜਾਗਰਤ ਕਰਨ ਦੀ ਲੋੜ ਹੈ ਜੀ। ਆ ਜਿਹੜੇ ਬਿਜਲੀ ਵਾਲੇ ਆ ਸਮਝੌਤੇ ਇਹਨਾਂ ਦੇ ਵੇਲੇ ਹੋਏ, ਬਾਦਲ ਕਹਿੰਦੇ ਵੇਲੇ ਸਮਝੌਤੇ ਹੋਏ ਨੇ। ਉਹਨਾਂ 'ਚ ਜੋ ਵੀ ਇਹਨਾਂ ਨੇ ਕੀਤਾ, ਕਹਿੰਦੇ ਅਸੀਂ ਗੁਜਰਾਤ ਮਾਡਲ ਡਾਕਟਰ ਮਨਮੋਹਨ ਸਿੰਘ ਜੀ ਵਾਲਾ ਪ੍ਰਾਈਮ ਮਿਨਿਸਟਰ ਸਨ ਜਿਹੜਾ ਉੱਥੇ ਉਹਨਾਂ ਨੇ ਕੀਤਾ ਸੀ, ਉਹ ਐਗਰੀਮੈਂਟ ਚੁੱਕ ਕੇ ਲਿਆਂਦੇ ਆ। ਪਰ ਜਿਹੜੀਆਂ ਉਹਦੀਆਂ ਟਿਪੀਕਲ ਪ੍ਰੋਵੀਜ਼ਨਸ ਨੇ ਉੱਥੇ ਇਹਨਾਂ ਨੇ ਚੇਂਜਸ ਕਰ ਦਿੱਤੀਆਂ। ਮੈਨੂੰ ਐਵੇਂ ਲੱਗਦਾ ਹੈ ਕਿ ਉਹਦੇ ਵਿੱਚ ਬਹੁਤ ਵੱਡਾ ਘਪਲਾ ਉਸੇ ਲੈਵਲ 'ਤੇ ਹੀ ਹੋ ਗਿਆ ਐਂਡ ਪੀਪਲ ਆਰ ਸਫਰਿੰਗ ਨਾਓ। ਕਿਉਂਕਿ ਈਵਨ ਜ਼ਮੀਨ ਦਾ, ਮੈਂ ਆਈ ਵਾਜ ਇਨ ਖਡੂਰ ਸਾਹਿਬ ਐਟ ਦੈਟ ਟਾਈਮ ਜਦੋਂ ਇਹ ਚੱਲਦਾ ਸੀ ਐਕਵਾਇਰ ਕਰਨ ਦਾ, ਅਤੇ ਦੂਜਾ ਗੋਇੰਦਵਾਲ ਸਾਹਿਬ ਵਾਲੀ ਜਿਹੜੀ ਥਰਮਲ ਪਲਾਂਟ ਦੀ ਜ਼ਮੀਨ ਹੈ ਇਹਨਾਂ ਨੇ ਮੇਰੇ ਹਿਸਾਬ ਨਾਲ 9 ਲੱਖ ਨੂੰ ਕਿੱਲਾ ਲਿਆ ਸੀ। ਜਿਹੜੀ ਤਲਵੰਡੀ ਸਾਬੋ ਵਾਲੀ ਆ ਉਹ 35 ਲੱਖ ਨੂੰ। ਮੈਂ ਉਦੋਂ ਜੱਟਾਂ ਨੂੰ ਕਿਹਾ ਸੀਗਾ ਵੀ ਮੇਰੇ ਨਾਲ ਚੱਲੋ, ਆਪਾਂ ਬਾਦਲ ਸਾਹਿਬ ਨੂੰ ਇੰਨਾ ਹੀ ਪੁੱਛ ਲਈਏ ਵੀ ਉੱਥੇ ਇਕੱਲੀ ਮੂੰਗਫਲੀ ਹੁੰਦੀ ਸਾਲ 'ਚ ਇੱਕ ਵਾਰੀ, ਇਹ 3 ਫਸਲਾਂ ਹੁੰਦੀਆਂ, ਇਹਦਾ ਕਿਉਂ 9 ਲੱਖ ਅਤੇ ਉਹਦਾ ਕਿਉਂ 35 ਲੱਖ? ਉਹ ਮਤਲਬ ਆਪਣੀ ਕਨਵੀਨੀਅੰਸ ਦੇ ਮੁਤਾਬਕ ਜਿਸ ਤਰ੍ਹਾਂ ਇਹਨਾਂ ਨੂੰ ਠੀਕ ਲੱਗਿਆ। ਜੇ ਉਹ ਜਿਹੜੀ ਬਠਿੰਡੇ ਵਾਲੀ ਜ਼ਮੀਨ ਸੀ 300 ਏਕੜ ਲੈ ਲਈ, ਜਿੱਥੇ ਯੂਨੀਵਰਸਿਟੀ ਬਣਾਉਣੀ ਸੀ, ਇੱਥੋਂ ਯੂਨੀਵਰਸਿਟੀ ਚੁੱਕ ਕੇ ਜਿਹੜੀ ਇਹ ਕਾਲੀ ਉੱਥੇ ਲੈ ਗਏ, ਇੱਥੋਂ ਵਾਲੇ ਮਤਰੇਹ ਸੀ, ਇੱਥੋਂ ਚੁੱਕ ਕੇ ਲੈ ਗਏ ਉੱਥੇ ਜਿਹੜੀ ਸੈਂਟਰਲ ਯੂਨੀਵਰਸਿਟੀ ਸੀ। ਔਰ ਉਹ ਜਿਹੜੀ ਜ਼ਮੀਨ 300 ਏਕੜ ਹੀ ਇਹਨਾਂ ਨੂੰ ਪਹਿਲਾਂ ਪਤਾ ਸੀ ਵੀ ਇੱਥੋਂ ਉੱਥੇ ਲੈ ਆਉਣੀ ਆ। ਇਹਨਾਂ ਨੇ ਜੇ ਕਹਿੰਦੇ ਅਸੀਂ ਕਿਸਾਨਤ ਐਸੀ ਆ, ਅਤੇ ਫਿਰ ਉਹ ਕਿਸਾਨਾਂ ਦੀ ਜ਼ਮੀਨ ਇਹਨਾਂ ਨੇ ਕੌਡੀਆਂ ਦੇ ਭਾਅ ਲੈ ਲਈ, ਕੌਡੀਆਂ ਦੇ ਭਾਅ। ਅਤੇ ਜਿਸ ਰੇਟ ਦੇ ਉੱਤੇ 3 ਮਹੀਨੇ 6 ਮਹੀਨਿਆਂ ਬਾਅਦ ਯੂਨੀਵਰਸਿਟੀ ਵਾਸਤੇ ਦਿੱਤੀ ਆ, ਉਹ ਕਈ ਗੁਣਾ ਸੀ। ਅਤੇ ਜ਼ਿਮੀਂਦਾਰਾਂ ਨੂੰ ਦੋਦੇ ਨਾ ਉਹ ਪੈਸਾ, ਤਾਂ ਉਹਨਾਂ ਨੂੰ ਜਿਹਨੇ 5 ਕਿੱਲੇ ਵੇਚੇ ਸੀ ਉਹ 15 ਲੈ ਲੈਂਦਾ ਕਿਤੇ ਜਾ ਕੇ। ਕੋਈ ਕਿਸਾਨਤ ਐਸੀ ਨਹੀਂ, ਕੋਈ ਇਹਨਾਂ ਨੂੰ ਕਿਸਾਨਾਂ ਨਾਲ ਕੋਈ ਮਤਲਬ ਨਹੀਂ। ਜੇ ਬਾਦਲ ਸਾਹਿਬ ਦੀ ਅੱਗੇ ਤੁਹਾਨੂੰ ਮੈਂ ਦੱਸਿਆ ਇਹ ਜਿਹੜੇ ਕਹਿੰਦੇ ਨੌਕਰੀਆਂ ਦੇਵਾਂਗੇ ਮੁੰਡਿਆਂ ਨੂੰ ਨੌਕਰੀਆਂ ਨਾ ਦਿੱਤੀਆਂ, ਪੁੜੀਆਂ ਫੜਾਤੀਆਂ। ਉਹਦੇ ਵਿੱਚ ਸੀਗਾ ਇੱਕ ਕਿ ਔਰਤ ਨੂੰ ਮਾਣ ਸਨਮਾਨ ਦੇਵਾਂਗੇ, ਅਤੇ ਉੱਥੋਂ ਕੁੜੀ ਚੁਕਾਤੀ ਫਰੀਦਕੋਟ ਤੋਂ, ਉੱਥੇ ਪਰਚਾ ਨਹੀਂ ਸੀ ਹੋਇਆ, ਜਿਹੜੇ ਚੁੱਕ ਕੇ ਲੈ ਗਏ ਸੀ। ਮੇਰੇ ਹਲਕੇ ਦੇ ਵਿੱਚ ਰਾਮਪੁਰ ਪਿੰਡ ਆ, ਰਾਮਪੁਰ, ਉੱਥੇ ASI ਸੀ ਸਾਡਾ, SI ਸੀ, ਉਹਦੀ ਲੜਕੀ ਨੂੰ ਸ਼ਰੇਆਮ ਗੁੰਡੇ ਉਹ ਤੂਕ ਸੀਟ ਕਰਦੇ ਸੀ। ਉਹਨੇ ਟੈਲੀਫੋਨ ਕੀਤਾ, ਉਹਦਾ ਬਾਪ ਵਰਦੀ 'ਚ ਆਇਆ, ਇਹਦੇ ਮਜੀਠੀਏ ਦੇ ਗੁੰਡਿਆਂ ਨੇ ਮਾਰਿਆ ਸੀ। ਉਹ ਬਾਅਦ 'ਚ ਕਿਉਂਕਿ ਨਾਅਰੇ ਲਾਉਂਦੇ ਮਜੀਠੀਏ ਦੇ ਗਏ ਸੀ ਵੀ ਜਦੋਂ ਉਹ ਮਾਰ ਕੇ ਗਿਆ, ਹੁਣ ਤਾਂ ਅੰਦਰ ਆ। ਲੇਕਿਨ ਹੋਰ ਵੀ ਤਰਨਤਾਰਨ ਵਾਲਾ ਕੇਸ ਲਾ ਲਓ, ਇਹਨਾਂ ਦੀ ਬੱਸ 'ਚੋਂ ਕੁੜੀ ਸੁੱਟ ਦਿੱਤੀ, ਉੱਥੇ ਛੇੜਛਾੜ ਕਰਦਿਆਂ ਨੇ। ਅਤੇ ਮਾਨ ਸਨਮਾਨ ਇਹੋ ਜਿਹਾ ਹੁੰਦਾ ਕੋਈ ਨਹੀਂ। ਮਤਲਬ ਇੱਕ ਪਾਸੇ ਮੁੰਡਿਆਂ ਨੂੰ, ਨੌਜਵਾਨਾਂ ਨੂੰ ਨਸ਼ੇ 'ਤੇ ਲਾ ਦਿੱਤਾ, ਕੁੜੀਆਂ ਦੀ ਬੇਇੱਜ਼ਤੀ ਕਰਾਈ, ਅਤੇ ਫਿਰ ਇਹਨਾਂ ਦਾ ਕੀ ਸਿਸਟਮ ਸੀਗਾ? ਸਰ, ਤੁਹਾਡੇ ਹਲਕੇ ਨਾਲ ਜੁੜੀ ਇੱਕ ਹੋਰ ਗੱਲ ਕਰਾਂਗਾ ਤੁਹਾਡੇ ਨਾਲ ਕਿ ਮੈਂ ਨਾ ਪਿਛਲੇ ਦਿਨੀ ਫਿਰ ਗਿਆ ਸੀਗਾ, ਉੱਥੇ ਲੋਕਾਂ ਨੂੰ ਪੁੱਛਿਆ ਕਿ ਤੁਹਾਡੇ ਬਾਰਡਰ ਏਰੀਏ ਦੇ ਵਿੱਚ ਕੋਈ ਚੰਗਾ ਕਾਲਜ ਹੈਗਾ, ਤਾਂ ਗੁਲਜ਼ਾਰ ਸਿੰਘ ਰਣੀਕੇ ਕਹਿੰਦੇ ਸੀ ਮੈਂ ਕਾਲਜ ਬਣਾਇਆ। ਤੁਹਾਨੂੰ ਲੱਗਦਾ ਕਿ ਗੁਲਜ਼ਾਰ ਸਿੰਘ ਰਣੀਕੇ ਹੋਣਾ ਕਿਸੇ ਤਰ੍ਹਾਂ ਦਾ ਕੋਈ ਕੁੜੀਆਂ ਵਾਸਤੇ ਜਾਂ ਲੜਕਿਆਂ ਵਾਸਤੇ ਕਾਲਜ ਤਿਆਰ ਕੀਤਾ? ਜੀ, ਕਿਹੜਾ ਕਾਲਜ ਆ? ਸਤਲਾਣੀ ਸਾਹਿਬ ਵਾਲਾ ਵਾ ਇੱਕ, ਅਤੇ ਉਹ ਉੱਥੇ ਪਤਾ ਨਹੀਂ ਕੌਣ ਚਲਾਉਂਦਾ ਵਾ, ਕੌਣ ਉਹਦਾ ਉਹ ਆ। ਮੈਂ ਵੀ ਲਿਖ ਕੇ ਦਿੱਤਾ ਸੀਗਾ ਪਹਿਲਾਂ ਜਦੋਂ ਜੁਆਇਨ ਹੀ ਕੀਤਾ ਕਿ ਮਨਪ੍ਰੀਤ ਸਾਹਿਬ ਨੂੰ ਮੈਂ ਡਿਸਕਸ ਵੀ ਕੀਤਾ। ਮੈਂ ਕਿਹਾ ਜੀ ਆਹ ਜਿਹੜੀਆਂ ਕੁੜੀਆਂ ਸਾਡੀਆਂ ਬਾਰਡਰ ਵਾਲੀਆਂ, ਖਾਸ ਕਰਕੇ ਉਹ ਦਓ ਕੇ ਪਰੋਪਾਲ ਇੱਧਰ ਪਿੰਡਾਂ ਦੇ ਵਿੱਚ, ਮੈਂ ਕਿਹਾ ਇਹਨਾਂ ਨੂੰ ਅਟਾਰੀ ਤੱਕ ਆਉਣ ਲਈ ਇੱਕ ਜੰਗਲ ਵਿੱਚੋਂ ਦੀ ਲੰਘਣਾ ਪੈਂਦਾ। ਡਿਫੈਂਸ ਉਦੋਂ ਜੰਗਲੀ ਸੀ ਜੀ, ਉਹ ਤਾਂ ਨਹੀਂ, ਅਤੇ ਬੰਦਾ ਲੰਘਣ ਲੱਗਾ ਵੀ ਡਰਦਾ। ਅਤੇ ਉਹ ਜਦੋਂ ਉੱਥੇ ਆਉਂਦੀਆਂ ਅਤੇ ਅਟਾਰੀ ਤੋਂ ਮੁੜ ਕੇ ਬੱਸ ਲਈ ਕੇ ਅੰਮ੍ਰਿਤਸਰ ਆਉਂਦੀਆਂ, ਉੱਥੋਂ ਜਿੱਥੇ ਜਾਣਾ ਹੁੰਦਾ ਉੱਥੇ ਜਾਂਦੀਆਂ ਕਾਲਜ ਦੇ ਵਿੱਚ। ਅਤੇ ਇਹ ਤਾਂ ਸਿਆਲ 'ਚ ਤਾਂ ਆ ਹੀ ਨਹੀਂ ਸਕਦੀਆਂ, ਰਾਤ ਦੇ 12 ਵਜੇ ਕੌਣ ਲਿਖ ਕੇ ਆਊ ਅਤੇ ਕੌਣ ਛੱਡ ਕੇ ਜਾਊਗਾ? ਉੱਥੇ ਕਾਲਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਦਿਓ। ਅਤੇ ਉਹਨਾਂ ਨੇ ਕਿਹਾ ਵੀ ਚਲੋ ਵਿਚਾਰ ਕਰ ਲਾਂਗੇ ਹਿਸਾਬ ਨਾਲ। ਇਸ ਬਾਰਡਰ ਏਰੀਏ ਦੇ ਉੱਤੇ ਕੋਈ ਅਜੇ ਮੈਨੂੰ ਨਹੀਂ ਪਤਾ ਵੀ ਕਿਸੇ ਹੋਰ ਹਲਕੇ 'ਚ ਦਿੱਤਾ ਹੋਵੇ, ਪਰ ਮੇਰਾ ਅਜੇ ਪਿੰਡ ਕੀ ਆ। ਇਟ ਹੈਜ਼ ਨਾਟ ਹੈਪਨ। ਮੰਗ ਕਰੋਗੇ ਦੁਬਾਰਾ MLA ਜੇ ਤੁਹਾਨੂੰ ਮੌਕਾ ਮਿਲਦਾ? ਬਿਲਕੁਲ ਜੀ, ਬਿਲਕੁਲ। ਲੈ ਕੇ ਸਭ ਤੋਂ ਵੱਡੀ ਸਰਕਾਰਾਂ ਵਾਅਦੇ ਕਰਦੀਆਂ ਨੇ, ਮੈਂ ਗਲੀਆਂ ਬਣਾ ਦਿੱਤੀਆਂ। ਨਹੀਂ ਜੀ, ਨਹੀਂ, ਇਹ ਬਹੁਤ ਵੱਡੀ ਮੰਗ ਹੈ ਔਰ ਬਹੁਤ ਹੀ ਜੈਨੂਅਨ ਮੰਗ ਆ। ਮੈਂ ਉੱਥੇ ਜਿਹੜੇ ਘਰ 'ਚ ਜਾਂਦਾ, ਜਿਹੜੇ ਪਿੰਡ 'ਚ ਜਾਂਦਾ, ਮੈਂ ਪੁੱਛਦਾ ਵੀ ਕੋਈ ਕੁੜੀ 10ਵੀਂ ਤੋਂ ਗਾਂਹ ਵੀ ਪੜ੍ਹੀ ਆ, ਅਤੇ ਮੈਨੂੰ ਨਹੀਂ ਅਜੇ ਤੱਕ ਲੱਗੀ। ਹਾਂ, ਕਿਸੇ ਦਾ ਪੇਰੈਂਟਸ ਹੀ ਇੱਥੇ ਨੇ, ਕਿਸੇ ਨੌਕਰੀ ਕਰਦੇ ਨੇ ਅਤੇ ਬਿਲੋਂਗ ਉੱਥੋਂ ਨੂੰ ਕਰਦਾ, ਇਟਸ ਓਕੇ, ਉਹਨਾਂ ਦੇ ਬੱਚੇ ਪੜ੍ਹ ਕੇ ਹੋਣਗੇ। ਲੇਕਿਨ ਪਿੰਡਾਂ ਵਾਲਿਆਂ ਦੀ ਕਿਸੇ ਦੀ ਕੁੜੀ ਗ੍ਰੈਜੂਏਟ ਨਹੀਂ ਮੈਨੂੰ ਦਿਖੀ, ਔਰ ਇਸੇ ਕਰਕੇ ਰਹਿ ਗਈਆਂ ਕਿਉਂਕਿ ਬਹੁਤ ਦੂਰ ਆਉਣਾ ਪੈਂਦਾ। ਜੀ ਸਭ ਮਜਬੂਰੀ ਘਰਾਂ ਦੀ ਇੰਨੀ ਕਿ 10ਵੀਂ ਤੋਂ ਬਾਅਦ ਵਿੱਚ ਬੱਚਾ ਜਾਂਦਾ ਹੀ ਨਹੀਂ ਹੈ ਦੂਰ ਕਿਤੇ। ਨਹੀਂ ਜਾਇਆ ਜਾਂਦਾ ਜੀ, ਨਹੀਂ ਜਾਇਆ ਜਾਂਦਾ। ਅਤੇ ਖਾਸ ਕਰਕੇ ਜੇ ਡਿਫੀਕਲਟੀ ਇੰਨੀ ਹੋਵੇ ਕਿ ਉਹ ਦੌਕਿਆਂ ਜਾਂ ਭਰੋ ਭਾਲ ਤੋਂ ਇੱਧਰ ਨੂੰ ਆਉਣਾ ਹੋਵੇ ਅਟਾਰੀ ਤੱਕ, ਅਤੇ ਉਹ ਜੰਗਲ ਵਰਗਾ ਮਾਹੌਲ ਆ ਉੱਥੇ। ਡਿਫੈਂਸ ਲਾਈਨਾਂ 'ਤੇ ਉੱਥੇ ਰੋਕੋਗੇ ਸੀ, ਹੁਣ ਤਾਂ ਵੜ ਦਿੱਤੇ, ਠੀਕ ਕੀਤਾ, ਕਾਫੀ ਹੱਦ ਤੱਕ ਠੀਕ ਹੈ ਨਾ। ਲੇਕਿਨ ਤਾਂ ਵੀ ਆਉਣਾ ਹੋਵੇ ਤਾਂ ਇਹ ਟਾਈਮ ਕੰਜ਼ਿਊਮਿੰਗ ਇੰਨਾ ਜ਼ਿਆਦਾ ਹੈ
ਕਿ ਮਤਲਬ ਲੜਕੀ ਇਕੱਲੀ ਤੇ ਆ ਕੇ ਜਾ ਹੀ ਨਹੀਂ ਸਕਦੀ ਵਾਪਸ, ਜਾਂ ਤੇ ਫਿਰ ਇੱਕ ਬੰਦਾ ਘਰ ਦਾ ਜਿਹੜਾ ਨਾਲ ਹੀ ਹੋਵੇ ਤੇ ਉਹ ਨਾਲ ਹੀ ਛੱਡ ਕੇ ਜਾਵੇ, ਨਾਲ ਹੀ ਲੈ ਕੇ ਜਾਵੇ। ਦੈਟਸ ਨਾਟ ਪੋਸੀਬਲ। ਡੀਸੀ ਸਾਹਿਬ, ਸਿਹਤ ਦੇ ਨਾਲ ਨਾਲ ਐਜੂਕੇਸ਼ਨ ਦੇ ਨਾਲ ਨਾਲ ਸਿਹਤ ਵੀ ਬਹੁਤ ਜ਼ਰੂਰੀ ਅੱਜ ਕੱਲ੍ਹ ਹੋ ਗਈ ਆ। ਤੁਸੀਂ ਆਪਣੇ 4.5 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਕੋਈ ਨਾ ਕੋਈ ਡਿਸਪੈਂਸਰੀ ਅਟਾਰੀ ਏਰੀਏ 'ਚ ਬਣਵਾਈ ਹੈ ਜੀ? ਨਹੀਂ, ਡਿਸਪੈਂਸਰੀ ਸਾਡੀ ਬਣ ਕੇ ਤਿਆਰ ਹੋ ਗਈ ਜੀ। ਚੱਕ ਮਕੰਦ ਪਿੰਡ ਦੇ ਵਿੱਚ ਸ਼ੁਰੂ ਤੋਂ, ਮਤਲਬ ਇਹ ਨਹੀਂ ਵੀ ਰੈਨੋਵੇਟ ਕੀਤੀ ਆ, ਉਹਨੂੰ ਬਣਾਇਆ 25 ਲੱਖ ਰੁਪਈਆ ਲਾ ਕੇ, ਉਹ ਤਿਆਰ ਆ ਹੁਣ। ਮਤਲਬ ਉਹਦਾ ਉਦਘਾਟਨ ਕਰ ਦਿਆਂਗੇ ਇਸੇ ਮਹੀਨੇ ਦੇ ਵਿੱਚ ਜਾਂ ਅਗਲੇ 'ਚ। ਸਰ, ਯੂ ਆਸਕਡ ਮੀ ਅ ਕੁਐਸਚਨ ਅਬਾਊਟ ਆਮ ਆਦਮੀ ਪਾਰਟੀ ਐਂਡ ਦੇਅਰ ਐਕਟੀਵਿਟੀਜ਼ ਐਂਡ ਆਲ ਦੈਟ ਵਾਟ ਦੇ ਹੈਵ ਡਨ। ਉਦੋਂ ਮੈਂ ਅਕਾਲੀ ਦਲ ਵਾਲੇ ਪਾਸੇ ਚਲੇ ਗਿਆ ਸੀਗਾ। ਨਾਓ ਆਈ ਟੈਲ ਯੂ ਕਿ ਆਮ ਆਦਮੀ ਪਾਰਟੀ ਜੋ ਵੀ ਇਹ ਕੇਜਰੀਵਾਲ ਨੇ, ਉਹ ਤਾਂ ਬਹੁਤ ਵੱਡੇ ਡਿਕਟੇਟਰ ਨੇ। ਜਦੋਂ ਇਹ ਪਾਰਟੀ ਸ਼ੁਰੂ ਕੀਤੀ ਸੀ ਇਹਨਾਂ ਨੇ, ਉਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਤੇ ਉਹਨਾਂ ਦਾ ਬੇਟਾ ਕਿਰਨ ਬੇਦੀ, ਅਸ਼ੂਤੋਸ਼, ਬੜੇ ਪੱਤਰਕਾਰ, ਬੜੇ ਵਧੀਆ ਬੰਦੇ ਸੀਗੇ ਸਾਰੇ। ਔਰ ਸਭ ਤੋਂ ਵੱਡਾ ਸੀ ਮੂਵਮੈਂਟ ਚੱਲੀ ਸੀ ਅੰਨਾ ਹਜ਼ਾਰੇ ਜੀ ਦੇ ਕਹਿਣ 'ਤੇ। ਅੰਨਾ ਹਜ਼ਾਰੇ ਜੀ ਨੂੰ ਅੱਗੇ ਲਾ ਕੇ ਇਹਨਾਂ ਨੇ ਸਾਰੇ ਬੰਦਿਆਂ ਨੇ ਇੱਕ ਪਾਰਟੀ ਬਣਾਈ ਕਿ ਅਸੀਂ ਜਿੰਨੇ ਫੈਸਲੇ ਆ ਇਸੇ ਗਰਾਊਂਡ 'ਚ ਆ ਕੇ ਕਰਿਆ ਕਰਾਂਗੇ। ਔਰ ਜਦੋਂ ਅੰਨਾ ਹਜ਼ਾਰੇ ਜੀ ਦੇ ਮੋਢੇ ਦੇ ਉੱਤੇ ਪੈਰ ਰੱਖ ਕੇ ਤੇ ਕੰਧ ਚੜ੍ਹ ਗਿਆ CM ਵਾਲੀ, ਪਹਿਲਾ ਠੁੱਡ ਉਸ ਸਤਿਕਾਰਯੋਗ ਸ਼ਖਸੀਅਤ ਦੇ ਮਾਰਿਆ। ਅੱਜ ਤੱਕ ਲੱਭਦਾ ਨਹੀਂ ਉਹ ਕਿੱਥੇ ਆ। ਪਹਿਲਾ ਠੁੱਡ ਨਹੀਂ ਸੀ ਬਣਦਾ ਮਾਰਨਾ। ਇਹ ਅੰਦੋਲਨ ਦੇ ਵਿੱਚੋਂ CM ਬਣ ਗਿਆ ਜੀ ਕੇਜਰੀਵਾਲ। ਅੰਦੋਲਨ ਦੇ ਵਿੱਚੋਂ CM ਬਣ ਗਿਆ, ਪਰ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਠੁੱਡ ਪਹਿਲਾਂ ਅੰਨਾ ਹਜ਼ਾਰੇ ਨੂੰ ਵੱਜਿਆ, ਫਿਰ ਕਿਰਨ ਬੇਦੀ ਨੂੰ ਵੱਜਿਆ, ਫਿਰ ਅਸ਼ੂਤੋਸ਼ ਨੂੰ ਵੱਜਿਆ, ਫਿਰ ਜੋਗਿੰਦਰ ਯਾਦਵ ਨੂੰ ਵੱਜਿਆ। ਮਤਲਬ ਜਿਹੜੇ ਬੰਦੇ ਆਈਡੀਓਲੋਗ ਸੀਗੇ ਪਾਰਟੀ ਦੇ, ਉਹ ਸਾਰੇ ਕੱਢ ਦਿੱਤੇ ਨੇ, ਕਿਉਂਕਿ ਉਹ ਇਹਦੀ ਗੱਲ ਨਾਲ ਸਹਿਮਤ ਨਹੀਂ ਸੀ ਹੁੰਦੇ। ਲੱਕੀਲੀ ਔਰ ਫਾਰਚੂਨੇਟਲੀ 4 MP ਬਣ ਗਏ ਜੀ ਪੰਜਾਬ 'ਚੋਂ ਇਹਨਾਂ ਦੇ ਫਸਟ ਟਾਈਮ। 2 ਨੂੰ ਕੱਢ ਕੇ ਉਹ ਮਾਰਿਆ। ਉਦੋਂ ਲੋਕਾਂ ਦਾ ਫੈਸਲਾ ਲੈ ਲਿਆ ਸੀ ਵੀ ਗਰਾਊਂਡ 'ਚ ਕਰਾਂਗੇ ਫੈਸਲੇ। 6 MLA ਛੱਡ ਕੇ ਆ ਗਏ ਆ ਇਹਦੀ ਡਿਕਟੇਟਰਸ਼ਿਪ ਕਰਕੇ ਕਾਂਗਰਸ ਦੇ ਵਿੱਚ। ਉਦੋਂ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਕੱਢਿਆ ਉਹ ਵੀ ਗਰਾਊਂਡ 'ਚ ਕਰਾਂਗੇ। ਸੋ ਵਾਟ ਆਈ ਮੀਨ ਟੂ ਸੇਜ, ਇਹਦਾ ਕਰੈਕਟਰ ਜਿਹੜਾ ਨਾ ਜੀ ਕੇਜਰੀਵਾਲ ਦਾ, ਬੇਸਿਕਲੀ ਡਿਕਟੇਟਰਸ਼ਿਪ ਹੈ। ਔਰ ਜਦੋਂ ਇੱਥੇ ਆਣ ਕੇ ਗੱਲ ਕਰਦਾ ਪਾਣੀਆਂ ਦੀ ਪੰਜਾਬ ਦੇ ਨਾਲ, ਪੰਜਾਬ 'ਚੋਂ ਵੋਟਾਂ ਕਿਸ ਤਰ੍ਹਾਂ ਮੰਗ ਸਕਦਾ ਇਹਦਾ ਤਾਂ ਹੱਕ ਹੀ ਨਹੀਂ ਬਣਦਾ। ਔਰ ਮੈਨੂੰ ਨਹੀਂ ਪਤਾ ਲੱਗਦਾ ਜ਼ਿਮੀਂਦਾਰ ਕਿਉਂ ਨਾਲ ਤੁਰ ਪੈਂਦੇ ਨੇ। ਇਹ ਪਾਣੀਆਂ ਦੀ ਗੱਲ ਕਰਦਾ ਸੀ ਉੱਥੇ, ਤਾਂ ਪਾਣੀ ਸਾਨੂੰ ਚਾਹੀਦਾ ਜੀ, ਪੰਜਾਬ ਨੂੰ ਕਿਉਂ ਚਾਹੀਦਾ? ਪਾਣੀ ਦਿਓ, ਇੱਥੇ ਨਹੀਂ ਚਾਹੀਦਾ। ਜੇ ਹੁਣ ਪੋਲਿਊਸ਼ਨ ਵਾਲੀ ਗੱਲ ਆਈ ਆ, ਕਹਿੰਦਾ ਕਿਸਾਨਾਂ ਨੂੰ ਰੋਕੋ, ਵੱਡੇ ਹਰਜਾਨੇ ਇਹਨਾਂ ਨੂੰ ਲਾਓ ਤਾਂ ਕਿ ਪਰਾਲੀ ਦਾ ਧੂੰਆਂ ਆਉਂਦਾ ਸਾਨੂੰ ਤੇ ਪੋਲਿਊਸ਼ਨ ਹੁੰਦਾ ਦਿੱਲੀ 'ਚ। ਫਿਰ ਕਹਿੰਦਾ ਥਰਮਲ ਪਲਾਂਟ, ਬਿਜਲੀ ਨਹੀਂ ਮਿਲਦੀ ਤੇ ਨਾ ਮਿਲੇ ਪੰਜਾਬ ਨੂੰ, ਲੇਕਿਨ ਥਰਮਲ ਪਲਾਂਟ ਬੰਦ ਕਰ ਦਿਓ, ਸਾਨੂੰ ਇਹਦਾ ਧੂੰਆਂ ਆਉਂਦਾ ਹੈ। ਤਾਂ ਪੰਜਾਬ ਦਾ ਤਹਿਜੀ ਕਿਸ ਤਰ੍ਹਾਂ ਹੋ ਗਿਆ? ਨਹੀਂ ਹੋ ਸਕਦਾ। ਇਹ ਜਿਹੜੇ ਬੰਦੇ ਦੀ ਸੋਚ ਆ, ਇੱਕ ਸੋਚ ਇੱਕ ਨੈਗੇਟਿਵ ਬਣੀ ਹੋਈ ਆ, ਉਹ ਆਪਣੇ ਉੱਥੇ ਜਿੱਥੇ ਬੈਠਾ ਉੱਥੋਂ ਬਾਰੇ ਸੋਚੀ ਜਾਂਦਾ ਹੈ। ਆ ਜਿਹੜੇ 3 ਕਾਲੇ ਕਾਨੂੰਨ ਹੁਣ ਰੱਦ ਕੀਤੇ ਆ, ਪਹਿਲੋਂ ਕਿਉਂ ਲਾਗੂ ਕਰ ਦਿੱਤਾ ਸੀ? ਪਹਿਲੋਂ ਚੰਗੇ ਲੱਗਦੇ ਸੀ। ਕਿਸਾਨਾਂ ਦੇ ਜਿਹੜੇ 3 ਕਾਨੂੰਨ ਆ ਅਸੀਂ ਰੱਦ ਕੀਤੇ ਅਸੈਂਬਲੀ ਵਿੱਚ, ਅਸੀਂ ਉੱਥੇ ਜਾ ਕੇ ਬੋਲੇ ਧਰਨਾ। ਇਹਨਾਂ ਨੇ ਉਹਨੂੰ ਇੱਕ ਨੂੰ ਲਾਗੂ ਕਰ ਛੱਡਿਆ। ਕਹਿੰਦਾ ਵੀ ਜਿਹੜਾ ਸੈਂਟਰ ਦਾ ਕਾਨੂੰਨ ਆ ਉਹਨੂੰ ਤਾਂ ਲਾਗੂ ਕਰਨਾ ਹੀ ਹੁੰਦਾ। ਤੇ ਵਾਟ ਹੈਪਨਡ ਨਾਓ, ਕਿਉਂ ਲਾਗੂ ਉਹਨੂੰ ਕੈਂਸਲ ਕਿਉਂ ਕੀਤਾ? ਹੁਣ ਇਹਨਾਂ ਨੇ ਪਿੱਛੇ 2-3 ਦਿਨ ਪਹਿਲਾਂ ਕੈਂਸਲ ਕੀਤੇ। ਸੋ ਇਹਨਾਂ ਦਾ ਕੋਈ ਸਟੈਂਡ ਨਹੀਂ। ਤੁਰੇ ਫਿਰਦੇ ਨੇ ਕਿ ਵੀ ਕੋਈ ਦਾਅ ਲੱਗ ਜੇ। ਇਹ ਦਾਈ ਬੰਦੇ ਨੇ, ਦਾਅ ਲਾਉਣ ਨੂੰ ਫਿਰਦੇ ਨੇ ਵੀ ਸਾਡਾ ਸ਼ਾਇਦ। ਲੇਕਿਨ ਮੈਂ ਆਈ ਟੈਲ ਯੂ, ਪਿਛਲੀ ਵਾਰੀ ਵੀ ਇਹਨਾਂ ਦੀ ਪੀਕ 'ਤੇ ਸੀ ਜਿਹੜੀ ਆ ਕੰਪੇਨ ਸੀ, ਕਹਿੰਦੇ ਸੀ 100+ ਖੜੀਆਂ ਬਾਈਆਂ 'ਤੇ ਆ ਗਏ ਸੀ। ਤੁਸੀਂ ਅੱਜ ਮੇਰੇ ਇੰਟਰਵਿਊ ਲੈ ਰਹੇ ਹੋ, ਤੁਸੀਂ ਲਿਖ ਕੇ ਰੱਖ ਲਓ ਜੇ 12 ਤੋਂ ਵੱਧ ਜਾਣਗੇ ਤੇ ਆਖਿਆ ਜੀ। ਡੀਸੀ ਸਾਹਿਬ, ਖਾਸ ਕਰਕੇ ਗੱਲ ਕਰੀਏ ਕਿ ਕਿਸਾਨ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀ ਬੁਰਾਹਾਂ 'ਤੇ ਸੰਘਰਸ਼ ਕਰ ਰਹੇ ਨੇ। ਜਿੰਨੀਆਂ ਵੀ ਸਿਆਸੀ ਪਾਰਟੀਆਂ, ਕੋਈ ਜਿਹੜੀ ਬਿਜਲੀ ਨੂੰ ਲੈ ਕੇ ਵਾਅਦੇ ਕਰ ਰਹੀ ਆ, ਕੋਈ ਕਿਸੇ ਵੀ ਚੀਜ਼ ਨੂੰ ਲੈ ਕੇ, ਕੋਈ ਵਿਕਾਸ ਨੂੰ ਲੈ ਕੇ ਕਰ ਰਹੀ ਆ, ਕਿਸਾਨਾਂ ਦੇ ਮੁੱਦੇ ਤੱਕ ਹਜੇ ਕਿਸੇ ਵੀ ਸਿਆਸੀ ਪਾਰਟੀ ਨੇ, ਖਾਸ ਕਰਕੇ ਕਾਂਗਰਸ ਨੇ ਵੀ ਨਹੀਂ ਬਿਆਨ ਦਿੱਤਾ ਕੋਈ। ਨਹੀਂ, ਵੇਖੋ ਐ ਨਹੀਂ ਕਿ ਆਪਾਂ ਕਹਿ ਸਕਦੇ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਜਾ ਕੇ ਧਰਨਾ ਦਿੰਦੇ ਤੇ ਇਦੋਂ ਵੱਧ ਕੀ ਹੋਣਾ ਜੀ? ਉੱਥੇ ਧਰਨਾ ਦਿੱਤਾ ਉਹਨਾਂ ਨੇ, ਨਾਲ MP ਲੈ ਕੇ, ਨਾਲ MLA ਲੈ ਕੇ, ਨਾਲ ਮਿਨਿਸਟਰ ਲੈ ਕੇ। ਕਿਸਾਨ ਅੰਦੋਲਨ ਦੀ ਨਹੀਂ ਕਿਸੇ ਨੂੰ ਵੜਨ ਦਿੱਤਾ ਵੱਖਰਾ। ਉਹ ਨਹੀਂ, ਉਹ ਉਹਨਾਂ ਨੂੰ ਉਹ ਨਹੀਂ ਸੀ ਚਾਹੁੰਦੇ ਵੀ ਕੋਈ ਵੀ ਸਿਆਸੀ ਪਾਰਟੀ ਨੂੰ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਵੈਸੇ ਵੀ ਆਰ ਵਿਦ ਦੀ ਫਾਰਮਰਸ, ਵੀ ਵਾਂਟ ਦੈਟ ਦੀ ਸ਼ੁੱਡ ਬੀ ਅਬੋਲਿਸ਼ਡ, ਦੀ ਸ਼ੁੱਡ ਬੀ ਰਿਪੀਲਡ। ਔਰ ਉਹ ਜਿਹੜੀ ਸੈਂਟਰ ਗੌਰਮੈਂਟ ਆ, ਉਹ ਜਿਵੇਂ ਮੈਂ ਕੇਜਰੀਵਾਲ ਦੀ ਗੱਲ ਕੀਤੀ, ਡੈਟ ਇਜ਼ ਆਲਸੋ ਡਿਕਟੇਟਰ ਤੋਂ ਬਿਨਾਂ 8 ਮਹੀਨੇ ਹੋ ਗਏ ਆ। ਜਿਹੜਾ ਮਾਈ ਬਾਪ ਆ, ਪ੍ਰਾਈਮ ਮਿਨਿਸਟਰ ਇਜ਼ ਮਾਈ ਬਾਪ ਆਫ ਦੀ ਕੰਟਰੀ, ਤੇ 8 ਮਹੀਨਿਆਂ 'ਚ ਉਹਨੇ ਇੱਕ ਵਾਰੀ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਵੀ ਇੰਨੇ ਦੁੱਖ ਤਕਲੀਫਾਂ ਦੇ ਵਿੱਚ ਬੈਠੇ ਨੇ। ਔਰ 500 ਤੋਂ ਪਲੱਸ ਬੰਦੇ ਮਰ ਗਏ ਨੇ। ਆ ਇੱਕ ਐਕਟਰ ਮਰ ਗਿਆ ਸੀ ਤੇ TV ਪਾੜ ਨੇ ਲੈ ਲਏ ਸੀ, ਕਿਸੇ ਨੇ ਉਹਦਾ ਅਫਸੋਸ ਹੀ ਨਹੀਂ ਕੀਤਾ ਪ੍ਰਾਈਮ ਮਿਨਿਸਟਰ ਨੇ ਇੱਕ ਵਾਰੀ ਵੀ। ਔਰ ਮੈਂ ਤਾਂ ਹੈਰਾਨ ਸਾਂ, ਪਿਛਲੇ ਦਿਨੀ ਚਲੋ ਸਾਡੇ ਭਰਾ ਨੇ ਮੁਸਲਿਮ ਕਮਿਊਨਿਟੀ, ਉਹਨਾਂ ਨੂੰ ਸੱਦਿਆ ਸੀ ਜੰਮੂ ਕਸ਼ਮੀਰ ਵਾਲਿਆਂ ਨੂੰ, 1.5 ਸਾਲ ਉਹਨਾਂ ਨੂੰ ਉੱਥੇ ਅੰਦਰ ਹੀ ਦੇ ਰੱਖਿਆ
ਕੋਈ ਉਹਨਾਂ ਦੀ ਸੁਣਵਾਈ ਨਹੀਂ। ਉਹਨਾਂ ਨੂੰ ਸੱਦਿਆ ਸੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਪ੍ਰਾਈਮ ਮਿਨਿਸਟਰ ਨੇ ਵੀ ਦੱਸੋ ਤੁਹਾਡੇ ਮਸਲੇ ਕੀ ਆ। ਮੈਂ ਹੈਰਾਨ ਆ ਕਿ ਆ ਜਿਹੜੇ 8 ਮਹੀਨਿਆਂ ਤੋਂ ਬੈਠੇ ਇਹਨਾਂ ਐਸੋਸੀਏਸ਼ਨਾਂ ਨੂੰ ਵੀ ਤੂੰ ਸੱਦ ਨਾ, ਉਹ ਉੱਥੇ ਮੰਤਰੀ ਨੂੰ ਭੇਜ ਦਿੰਦਾ ਕਿਸੇ ਨੂੰ ਜਾ ਕੇ ਵੀ ਉਹ ਪਲੱਸ ਮਾਈਨਸ ਕਰਕੇ ਆ ਜਾਓ। ਇਹਨਾਂ ਹੀ ਸ਼ੁੱਡ ਹੈਵ ਇਨਵਾਈਟਡ ਦੀ ਫਾਰਮਰਸ ਦ ਹਿਮਸੈਲਫ। ਉਹਨਾਂ ਦੀ ਗੱਲਬਾਤ ਸੁਣੋ, ਉਹਨਾਂ ਦਾ ਦੁੱਖ ਤਕਲੀਫ ਸੁਣੋ। ਤੇ ਮੈਂ ਕਹਿੰਦਾ ਵੀ ਜੇ ਇੱਕ ਵਾਰੀ ਜੇ ਇਹਨਾਂ ਦੀ ਨੀਅਤ ਤੇ ਨੀਤੀ ਸੇਮ ਹੋਵੇ, ਆ ਤੇ ਨੀਤੀ ਦੇ ਤਹਿਤ ਕਾਨੂੰਨ ਬਣ ਗਏ ਆ, ਨੀਅਤ ਸਾਫ਼ ਨਹੀਂ, ਇਹ ਸਿੱਖਾਂ ਨੂੰ ਲੱਤ ਥੱਲਿਓਂ ਦੀ ਨਿਗਾਉਣਾ ਚਾਹੁੰਦੇ ਨੇ। ਡੀ ਸਾਹਿਬ ਤੁਸੀਂ ਆਪਣੇ ਮੂੰਹ ਹੋਣੇਗਾ ਕਿ 500 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ, ਪਰ ਪੰਜਾਬ ਸਰਕਾਰ ਨੇ ਜਿਨ੍ਹਾਂ ਨੂੰ ਨੌਕਰੀਆਂ ਦੇਣੀਆਂ ਉਹ 220 ਹੀ ਕਿਉਂ ਚੁਣੇ ਗਏ ਕਿਸਾਨ ਜਿਹੜੇ ਕਿਸਾਨ ਅੰਦੋਲਨ 'ਚ ਸ਼ਹੀਦ ਹੋ ਗਏ? ਦੇਖੋ ਉਵੇਂ ਤਾਂ ਜੇ ਕਿਸਾਨਾਂ ਦਾ ਗੱਲ ਕਰੀਏ ਜੀ ਤਾਂ ਕਿਸਾਨ ਕਹਿੰਦੇ ਆ ਵੀ 700 ਤੋਂ ਵੀ ਜ਼ਿਆਦਾ ਨੇ। ਹੁਣ ਆਪਾਂ ਨੂੰ ਕੋਈ ਪੈਰਾਮੀਟਰ ਤੇ ਲੱਭਣਾ ਪਊਗਾ ਨਾ ਵੀ ਕਿੰਨੇ ਨੇ ਅਸਲ ਜਾਂ ਕਿਸ ਤਰ੍ਹਾਂ ਮਰੇ। ਹੁਣ 504 ਦੀ ਫਿਗਰ ਟੀਵੀ ਤੇ ਆ ਰਹੀ ਆ, 504 ਕੇ ਕਿੰਨੇ। ਔਰ ਲੇਕਿਨ ਜੇ ਕਿਸਾਨਾਂ ਨਾਲ ਗੱਲ ਕਰੀਏ ਤਾਂ ਉਹਦੇ 700 ਪਲੱਸ ਹੈ। ਲੇਕਿਨ ਉਹ ਜੇ ਗਵਰਨਮੈਂਟ ਨੇ 200 ਜਾਂ ਕਿੰਨੇ ਕੀਤੇ ਆ, ਦੇ ਮਸਟ ਵੀ ਫਾਈਂਡਿੰਗ ਆਊਟ ਵੇਜ਼ ਐਂਡ ਮੀਨਸ ਹਾਊ ਟੂ ਆਈਡੈਂਟੀਫਾਈ ਐਂਡ ਹਾਊ ਟੂ ਗਿਵ ਇਟ। ਤਾਂ ਉਹ ਕਰਨਗੇ ਜੀ। ਜਿਹੜੇ ਵੀ ਜਿੰਨੇ ਵੀ ਉੱਥੇ ਜੈਨੂਅਨਲੀ ਉਸ ਹਿਸਾਬ ਨਾਲ ਜੋ ਵੀ ਉਹਨਾਂ ਨੇ ਪੈਰਾਮੀਟਰ ਬਣਾਇਆ ਉਹਦੇ ਹਿਸਾਬ ਨਾਲ ਪਤਾ ਲੱਗੂਗਾ। ਦੀ ਗਵਰਨਮੈਂਟ ਇਜ਼ ਬਾਉਂਡ ਟੂ ਗਿਵ ਇਟ। ਐ ਨਹੀਂ ਕਾਣੀ ਵੰਡ ਨਹੀਂ ਕਰਦੇ ਜੀ। ਡੀ ਸਾਹਿਬ ਇੱਕ ਬੀਜੇਪੀ ਦੀ ਖਾਸ ਕਰਕੇ ਗੱਲ ਕਰੀਏ, ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਦੂਜੇ ਪਾਸੇ ਕਹਿੰਦੇ ਕਿ 22 ਦੀਆਂ ਚੋਣਾਂ ਵਿੱਚ 117 ਸੀਟਾਂ ਤੇ ਇਲੈਕਸ਼ਨ ਲੜਨਗੇ। ਤੁਹਾਨੂੰ ਲੱਗਦਾ ਹੈ ਕਿ ਉਹ ਇਲੈਕਸ਼ਨ ਲੜ ਪਾਉਣਗੇ 22 ਦੇ? ਮੈਂ ਪਹਿਲੋਂ ਗੱਲ ਕੀਤੀ ਹੈ ਜੀ, ਉਹ ਜੇ ਲੜ ਵੀ ਲੈਣ ਉਸ ਤਰ੍ਹਾਂ ਤਾਂ ਲੋਕ ਉਹਨਾਂ ਨੂੰ ਨਹੀਂ ਜਾਣ ਦਿੰਦੇ। ਬਟ ਆਈ ਐਮ ਨਾਟ ਇਨ ਦੈਟ ਫੇਵਰ ਕਿ ਵੀ ਉਹ ਕਿਸੇ ਨੂੰ ਕੁੱਟਿਆ ਮਾਰਿਆ ਜਾਵੇ, ਕਿਸੇ ਨੂੰ ਕੁਝ ਆਈ ਐਮ ਟੋਟਲੀ ਅਗੇਂਸਟ ਦੈਟ। ਲੇਕਿਨ ਉਹ ਜੈਨੂਅਨਲੀ ਵੀ ਪਿਛਲੀ ਜੈਨੂਅਨਲੀ ਲੜੀ ਸੀ ਤਾਂ 3 ਸੀਟਾਂ ਆਈਆਂ ਸੀ। ਇੱਕ ਉਹ ਛੱਡ ਕੇ MP ਬਣ ਗਏ ਸੀ, ਮੰਤਰੀ ਬਣ ਗਏ ਨੇ। ਲੇਕਿਨ ਇਹਨਾਂ ਦੀਆਂ ਆਉਣੀਆਂ ਨਹੀਂ, ਜੋ ਮਰਜ਼ੀ ਅਨਾਊਂਸ ਕਰੀ ਜਾਣਾ ਅਸੀਂ ਆਹ ਕਰ ਦਿਆਂਗੇ, ਅਸੀਂ 2 ਲੱਖ ਨੂੰ ਨੌਕਰੀਆਂ ਦੇ ਦਾਂਗੇ, 5 ਲੱਖ ਨੂੰ ਆ ਕੇ। ਜਦੋਂ ਪਤਾ ਵੀ ਸਾਡੀ ਸਰਕਾਰ ਹੀ ਨਹੀਂ ਆਉਣੀ, ਸੀਟ ਇਹਨਾਂ ਦੀ ਆਉਣੀ ਨਹੀਂ ਜੀ। ਖਾਤਾ ਨਹੀਂ ਖੁੱਲ੍ਹਣਾ ਐਤਕੀ BJP ਦਾ, ਬਿਲਕੁਲ ਲਿਖ ਕੇ ਰੱਖ ਲਓ। ਇਹਨਾਂ ਦਾ ਖਾਤਾ ਨਹੀਂ ਖੁੱਲ੍ਹਣਾ। ਆਮ ਵਾਲਿਆਂ ਦੀਆਂ 22 ਤੋਂ 12 ਔਰ ਆ ਜਿਹੜਾ ਸੁਖਬੀਰ ਰੌਲਾ ਪਾਉਂਦਾ ਫਿਰਦਾ, ਇਹਨਾਂ ਨੂੰ ਤਾਂ ਲੋਕਾਂ ਨੇ ਹਾਸ਼ੀਏ 'ਤੇ ਧੱਕ ਦਿੱਤਾ ਹੈ। ਇਹਨਾਂ ਦੀਆਂ 14 ਨੇ, 14 ਤੋਂ 4 ਲੈ ਜਾਣ ਤੇ ਦੇ ਸ਼ੁੱਡ ਸੈਲੀਬ੍ਰੇਟ ਇਟ। ਸਰਕਾਰ ਕਿਹਦੀ ਬਣੂਗੀ ਫਿਰ? ਕਾਂਗਰਸ ਦੀ 100% ਜੀ। ਸੋ ਸਨ ਵਿਧਾਨ ਸਭਾ ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ DC, ਜਿਨ੍ਹਾਂ ਦੇ ਨਾਲ ਅਸੀਂ 22 ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਜੋ ਪੰਜਾਬ ਦੇ ਵਿੱਚ ਲੋਕਾਂ ਨਾਲ ਬਿਜਲੀ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉਹ ਕਿਤੇ ਨਾ ਕਿਤੇ ਖੋਖਲੇ ਸਾਬਤ ਹੁੰਦੇ ਨਜ਼ਰ ਆਉਣਗੇ। ਅਕਾਲੀ ਦਲ ਜੋ ਕਿਸੇ ਤਰ੍ਹਾਂ ਦੀਆਂ ਦੋਸ਼ ਲਾ ਰਿਹਾ ਕਾਂਗਰਸ ਦੇ ਉੱਤੇ, ਪਰ ਜਿਹੜੇ ਅਕਾਲੀ ਦਲ ਆ ਉਹਨੇ 10 ਸਾਲ ਦੇ ਵਿੱਚ ਲੋਕਾਂ ਨੂੰ ਰੋਲਿਆ ਹੈ ਔਰ 22 ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਅੰਮ੍ਰਿਤਸਰ।